ਭਾਰਤ ਜਦੋਂ ਆਜ਼ਾਦ ਹੋਇਆ ਤੇ ਸੰਵਿਧਾਨ ਬਣਿਆ, ਉਸ ਸੰਵਿਧਾਨ ਦੇ ਹਿਸਾਬ ਦੇ ਨਾਲ ਅਸੀਂ ਸਰਕਾਰਾਂ ਬਣਾਉਣੀਆਂ ਸ਼ੁਰੂ ਕੀਤੀਆਂ। ਪਹਿਲੇ ਇਲੈਕਸ਼ਨ ਦੀ ਹਿਸਟਰੀ ਪੜ੍ਹ ਕੇ ਵੇਖਿਓ, ਬਹੁਤ ਖੂਬਸੂਰਤ ਹਿਸਟਰੀ ਹੈ। ਰਾਣੀ ਅੰਮ੍ਰਿਤ ਕੌਰ ਸਭ ਤੋਂ ਪਹਿਲਾਂ ਚੁਣੇ ਗਏ, ਹਿਮਾਚਲ ਦੇ ਵਿੱਚ ਵੋਟਾਂ ਪਈਆਂ ਅਤੇ ਉਸ ਵੋਟਾਂ ਦਾ ਜਸ਼ਨ ਲੋਕਾਂ ਨੇ ਆਪਣੇ ਢੰਗ ਦੇ ਨਾਲ ਮਨਾਇਆ। ਸਮੇਂ ਦਰ ਸਮੇਂ ਸਰਕਾਰਾਂ ਦੇ ਰੂਪ ਬਦਲਦੇ ਗਏ, ਇਲੈਕਸ਼ਨ ਦਾ ਰੂਪ ਬਦਲਦਾ ਗਿਆ। ਚੋਣਾਂ ਹੁਣ ਕਿਸੇ ਤਰ੍ਹਾਂ ਕਿਸੇ ਮੇਲੇ ਤੋਂ ਘੱਟ ਨਹੀਂ। ਉਸ ਮੇਲੇ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਇਸ਼ਤਿਹਾਰ ਵੇਚੇ ਜਾ ਰਹੇ ਨੇ, ਆਪਣੀ ਤਰ੍ਹਾਂ ਦੀ ਬ੍ਰਾਂਡਿੰਗ ਕੀਤੀ ਜਾ ਰਹੀ ਹੈ। ਸਰਦਾਰ ਚਰਨਜੀਤ ਸਿੰਘ ਚੰਨੀ ਦਾ ਮੈਂ ਵਿਰੋਧ ਨਹੀਂ ਕਰਦਾ, ਮੈਂ ਤਾਂ ਇੱਕ ਉਦਾਹਰਨ ਦੇ ਰਿਹਾ ਕਿ ਇੱਕ ਪਾਰਟੀ ਦੀ ਰੂਪਰੇਖਾ ਕਿਹੋ ਜਿਹੀ ਹੈ। ਜੋ ਕਾਂਗਰਸ ਦੀ ਰੂਪਰੇਖਾ ਹੈ ਉਹੀ ਅਕਾਲੀ ਦਲ ਦੀ ਰੂਪਰੇਖਾ ਹੈ, ਉਹੀ ਆਮ ਆਦਮੀ ਪਾਰਟੀ ਦੀ ਰੂਪਰੇਖਾ ਹੈ। ਆਮ ਆਦਮੀ ਪਾਰਟੀ ਬੀਬੀਆਂ ਨੂੰ 1000 ਰੁਪਇਆ ਮਹੀਨਾ ਦੇਣ ਦੇ ਵਾਅਦੇ ਕਰ ਰਹੀਆਂ ਨੇ। ਕੋਈ ਕਿਸੇ ਤਰ੍ਹਾਂ ਵਾਅਦੇ ਕਰ ਰਿਹਾ ਹੈ, ਕੋਈ ਕਿਸੇ ਤਰ੍ਹਾਂ ਵਾਅਦੇ ਕਰ ਰਿਹਾ ਹੈ। ਅਜਿਹੀ ਸਿਆਸਤ ਦੇ ਅੰਦਰ ਫਿਰ ਉਹ ਰੂਪ ਕਿੱਥੇ ਜਾਏਗਾ ਜਿੱਥੇ ਕਿਹਾ ਜਾਂਦਾ ਹੈ ਕਿ ਰਾਜ ਲੋਕ ਕਲਿਆਣਕਾਰੀ ਹੁੰਦੇ ਨੇ। ਲੋਕ ਕਲਿਆਣਕਾਰੀ ਕੀ ਹੋ ਜਾਏਗਾ? ਸਭ ਤੋਂ ਜ਼ਿਆਦਾ ਪੰਜਾਬ ਨੂੰ ਵੇਖਣਾ ਹੋਵੇ ਤੇ ਪੰਜਾਬ ਦੇ ਮਹਿਕਮੇ ਵੇਖੋ। ਪੰਜਾਬ ਦੇ ਅੰਦਰ ਕੰਮ ਕਰਦੇ ਉਹ ਸਾਰੇ ਕੰਮ ਹੀ ਠੇਕੇ ਦੇ ਉੱਤੇ ਨੇ। ਟ੍ਰਿਪਲ ਪੀ ਫਾਰਮੂਲੇ ਦੇ ਨਾਲ ਹਰ ਇੱਕ ਚੀਜ਼ ਲਿਆਂਦੀ ਜਾ ਰਹੀ ਹੈ, ਪਬਲਿਕ ਪ੍ਰਾਈਵੇਟਾਈਜੇਸ਼ਨ ਪਾਰਟੀਸਪੇਸ਼ਨ ਦੇ ਨਾਲ, ਜਿਸ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ 100 ਰੁਪਏ ਦਾ ਕੰਮ ਹੈ ਉਹ 30 ਰੁਪਏ ਦੇ ਵਿੱਚ ਹੋ ਰਿਹਾ। 70 ਰੁਪਏ ਸਰਕਾਰ ਪੱਲਿਓਂ ਪਾ ਰਹੀ ਹੈ। ਪਰ ਉਹ 70 ਰੁਪਏ ਸਰਕਾਰ ਕਿਉਂ ਪਾ ਰਹੀ ਹੈ? ਸਿਰਫ ਇਸ ਕਰਕੇ ਕਿਉਂਕਿ ਉਹਦੀ ਜਵਾਬਦਾਰੀ ਖਤਮ ਹੁੰਦੀ ਹੈ। ਉਹ ਮਹਿਕਮਾ ਚਲਾਉਣਾ, ਉਸ ਨੂੰ ਰਨ ਕਰਨਾ ਪ੍ਰਾਈਵੇਟ ਮਹਿਕਮੇ ਦੇ ਹੱਥ ਹੋਏਗਾ। ਸਰਕਾਰ ਨੇ ਸਿਰਫ ਪੈਸੇ ਅਦਾ ਕਰਨੇ ਨੇ। ਨਾ ਸਰਕਾਰ ਦੀ ਹਿੰਗ ਲੱਗੇ, ਨਾ ਫਟਕੜੀ, ਰੰਗ ਚੋਖੇ ਦਾ ਚੋਖਾ। ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਸ ਦੌਰ ਦੇ ਅੰਦਰ ਅਸੀਂ ਬਦਲਦੀਆਂ ਵੇਖ ਰਹੇ ਹਾਂ। ਪੰਜਾਬੀ ਯੂਨੀਵਰਸਿਟੀ ਦੇ ਅੰਦਰ ਇੱਕ ਲੰਮਾ ਚੌੜਾ ਕਰੀਅਰ ਬਤੌਰ ਅਧਿਆਪਨ ਡਾਕਟਰ ਕੇਹਰ ਸਿੰਘ ਹੋਣਾ ਨੇ ਅਦਾ ਕੀਤਾ। ਡਾਕਟਰ ਕੇਹਰ ਸਿੰਘ ਸਿਆਸਤ ਨੂੰ ਆਪਣੇ ਵਿਸ਼ੇ ਦੇ ਨਾਲ ਇਸੇ ਤਰ੍ਹਾਂ ਵੇਖਦੇ ਰਹੇ ਨੇ, ਪੰਜਾਬ ਦੀ ਨਬਜ਼ ਨੂੰ ਵੀ ਵੇਖਦੇ ਨੇ। 1966 'ਚ ਜਦੋਂ ਨਿਊ ਪੰਜਾਬ ਡੇ ਬਣਿਆ, ਜਿਸ ਦਾ ਅਸੀਂ ਨਿਊ ਪੰਜਾਬ ਡੇ ਦੇ ਤੌਰ 'ਤੇ ਸੈਲੀਬ੍ਰੇਟ ਕਰਦੇ ਹਾਂ, ਉਸ ਬਣਨ ਦੇ ਨਾਲ ਪੋਲਿਟਿਕਸ ਵੀ ਬਦਲ ਗਈ। ਸ਼੍ਰੋਮਣੀ ਅਕਾਲੀ ਦਲ ਨਹੀਂ ਰਿਹਾ। ਸ਼ਖਸੀਅਤ ਦੀ ਪੂਜਾ ਹੋਣੀ ਸ਼ੁਰੂ ਹੋ ਗਈ ਅਤੇ ਸੰਸਥਾਵਾਂ ਕਿਤੇ ਨਾ ਢਹਿ ਢੇਰੀ ਹੋ ਗਈਆਂ। ਇਹ ਇਕੱਲਾ ਸ਼੍ਰੋਮਣੀ ਅਕਾਲੀ ਦਲ ਦਾ ਮਸਲਾ ਨਹੀਂ, ਹਰ ਜਗ੍ਹਾ ਇਸ ਵਕਤ ਸੰਸਥਾਵਾਂ ਕਟਹਿਰੇ ਦੇ ਵਿੱਚ ਖੜੀਆਂ ਨੇ। ਅਜਿਹੇ ਦੇ ਵਿੱਚ ਇਸ ਵਾਰ ਦੇ ਇਲੈਕਸ਼ਨ ਆਉਣ ਵਾਲੇ ਨੇ, ਲੋਕਾਂ ਦੀਆਂ ਉਮੀਦਾਂ ਨੇ, ਲੋਕੀ ਕਿਸ ਤਰ੍ਹਾਂ ਆਪਣਾ ਵਿਹਾਰ ਕਰਨ, ਇਹ ਵੀ ਸਾਡੇ ਸਾਹਮਣੇ ਚੁਣੌਤੀਆਂ ਨੇ। ਇਹਨਾਂ ਸਾਰਿਆਂ ਦੇ ਉੱਤੇ ਆਪਾਂ ਅੱਜ ਇਸ ਚਰਚਾ ਦੇ ਵਿੱਚ ਗੱਲ ਕਰਾਂਗੇ। ਸਾਡੇ ਨਾਲ ਨੇ ਡਾਕਟਰ ਕੇਹਰ ਸਿੰਘ ਹੋਣੀ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਵੈਲਕਮ ਜੀ। ਜੀ ਹਾਂ, ਜੋ ਮੈਂ ਸ਼ੁਰੂਆਤ ਕੀਤੀ ਆ ਉਹ ਤੁਸੀਂ ਵੀ ਵੇਖ ਰਹੇ ਹੋ, ਮੈਂ ਵੀ ਵੇਖ ਰਿਹਾ ਜੀ। ਇਸ ਦੇ ਵਿੱਚ ਇਲੈਕਸ਼ਨ ਦੇ ਬਾਰੇ ਤਾਂ ਕੁਝ ਇਸ ਤਰ੍ਹਾਂ ਸੋਚਿਆ ਜਾਂਦਾ ਸੀ ਕਿ ਇਹ ਤਾਂ ਬੜੀ ਵਧੀਆ ਓਪਰਚੁਨਿਟੀ ਹੁੰਦੀ ਸੀ, ਮੌਕਾ ਸੀ ਜਿਹਦੇ ਨਾਲ ਸਰਕਾਰ ਨੇ ਕੰਮ ਕਰਨਾ ਸੀ। ਸਰਕਾਰ ਦੇ ਅੰਦਰ ਇੱਕ ਸੱਤਾ ਧਿਰ ਸੀ, ਇੱਕ ਵਿਰੋਧੀ ਧਿਰ ਸੀ। ਪਰ ਜੋ ਅਸੀਂ ਕਿਤਾਬਾਂ 'ਚ ਪੜ੍ਹ ਕੇ ਆਏ ਹਾਂ, ਹਕੀਕਤ ਦੇ ਅੰਦਰ ਤੋਂ ਪੂਰੀ ਰੂਪਰੇਖਾ ਬਦਲੀ ਹੋਈ ਆ। ਤੁਸੀਂ ਇਸ ਨੂੰ ਕਿਵੇਂ ਵੇਖਦੇ ਹੋ? ਸਰ ਸਾਹਿਬ, ਇਹ ਹੈ, ਤੁਸੀਂ ਭੂਮਿਕਾ 'ਚ ਬਹੁਤ ਅੱਛੀ ਗੱਲ ਕਹੀ ਕਿ ਸਿਆਸਤ ਜਿਹੜੀ ਆ ਨਾ ਉਹ ਸਮੇਂ ਦੇ ਅਨੁਸਾਰ ਹੀ ਹੁੰਦੀ ਹੈ। ਉਹਦੀ ਰੂਪ ਰੇਖਾ, ਰੰਗ ਰੂਪ ਇਕਸਾਰ ਨਹੀਂ ਰਹਿੰਦਾ ਹੁੰਦਾ ਜੀ। ਜਿਸ ਕਿਸਮ ਦਾ ਮਾਹੌਲ ਹੁੰਦਾ, ਜਿਸ ਕਿਸਮ ਦੇ ਮੁੱਦੇ ਹੁੰਦੇ ਨੇ ਸਿਆਸਤ ਵਿੱਚ, ਉਹਦੇ ਮੁਤਾਬਕ ਇਹ ਆਪਣਾ ਰੰਗ ਰੂਪ ਬਦਲ ਲੈਂਦੀ ਹੈ। ਦੇਖੋ ਤੁਸੀਂ ਵੀ ਜਦੋਂ ਆਪਾਂ ਆਜ਼ਾਦੀ ਦੀ ਲਹਿਰ ਦੀ ਗੱਲ ਕਰਦੇ ਹਾਂ, ਉਦੋਂ ਸਾਡਾ ਮੁੱਖ ਮੁੱਦਾ ਹੋਰ ਸੀ ਜੀ। ਤੇ ਸਾਡੀ ਲੜਾਈ ਇੱਕ ਇਹੋ ਜਿਹੀ ਧਿਰ ਸੀ ਜਿਸ ਨੂੰ ਅਸੀਂ ਬੇਗਾਨੀ ਧਿਰ ਮੰਨਦੇ ਹਾਂ। ਬਿਲਕੁਲ। ਤੇ ਉਦੋਂ ਫਿਰ ਕੁਦਰਤੀ ਗੱਲ ਇਹ ਹੁੰਦੀ ਹੈ ਕਿ ਜਦੋਂ ਬੇਗਾਨੀ ਧਿਰ ਦੇ ਖਿਲਾਫ ਲੜਨਾ ਹੋਵੇ ਤੇ ਪਰਿਵਾਰ ਵਿੱਚ ਆਮ ਤੌਰ ਤੇ ਏਕਤਾ ਹੋ ਜਾਂਦੀ ਹੈ ਜੀ। ਔਰ ਇੱਕ ਇਹ ਵੀ ਹੁੰਦਾ ਕਿ ਇੱਕ ਸਮੇਂ ਆਦਰਸ਼ ਜਿਹੜੇ ਹੁੰਦੇ ਨੇ ਜਾਂ ਮੁੱਖ ਮੁੱਦਾ ਜਿਸ ਨੂੰ ਆਪਾਂ ਸਿਆਸਤ ਦਾ ਕਹਿ ਦਈਏ, ਉਹ ਸਾਡੀ ਮਾਨਸਿਕਤਾ 'ਤੇ ਭਾਰੂ ਹੋ ਜਾਂਦਾ ਹੈ ਜੀ। ਤੇ ਛੋਟੀਆਂ ਮੋਟੀਆਂ ਜਿਹੜੀਆਂ ਆਪਣੀਆਂ ਗਰਜ਼ਾਂ ਹੁੰਦੀਆਂ ਨੇ, ਵਖਰੇਵੇਂ ਹੁੰਦੇ ਨੇ, ਉਹ ਗੌਣ ਹੋ ਜਾਂਦੇ ਨੇ ਤੇ ਉਹ ਮੁੱਖ ਮੁੱਦਾ ਜਿਹੜਾ ਹੁੰਦਾ ਉਹ ਕੇਂਦਰ ਵਿੱਚ ਆ ਜਾਂਦਾ ਜੀ। ਹੁਣ ਗੱਲ ਇਹ ਹੈ ਸਰਦਾਰ ਸਾਹਿਬ ਕਿ ਜਦੋਂ ਆਪਾਂ ਦੇਖੀਏ ਕਿ ਉਸ ਸਮੇਂ ਦੀ ਸਿਆਸਤ ਤੇ ਹੁਣ ਦੀ ਸਿਆਸਤ ਨੂੰ,
ਹੁਣ ਦੀ ਸਿਆਸਤ ਨੂੰ ਆਪਾਂ ਵਿਹਾਰਕ ਸਿਆਸਤ ਜੇ ਆਪਾਂ ਕਹੀਏ ਜੀ, ਤੇ ਮੋٹے ਤੌਰ ਤੇ ਸਿਆਸਤ ਜਿਹੜੀ ਹੁੰਦੀ ਆ ਉਹ ਗੇਮ ਆਫ ਪਾਵਰ, ਜਿਸ ਨੂੰ ਆਪਾਂ ਕਹਿੰਦੇ ਤਾਕਤ ਦੀ ਲੜਾਈ ਹੁੰਦੀ ਹੈ। ਜਦੋਂ ਕੋਈ ਵੀ ਖੇਡ ਜਿਹੜੀ ਖੇਡੀ ਜਾ ਰਹੀ ਹੈ ਸਿਰਫ ਤੇ ਸਿਰਫ ਤਾਕਤ ਹਾਸਲ ਕਰਨ ਵਾਸਤੇ ਹੁੰਦੀ ਹੈ, ਤੇ ਫਿਰ ਇਹਦੇ ਵਿੱਚ ਉਹ ਸਾਰੇ ਹੀ ਫੈਕਟਰਸ ਜਿਹੜੇ ਨੇ ਜਿਨ੍ਹਾਂ ਰਾਹੀਂ ਅਸੀਂ ਤਾਕਤ ਦੀ ਪੌੜੀ ਨੂੰ ਚੜ੍ਹ ਸਕਦੇ ਹਾਂ ਤੇ ਟੀਸੀ ਦੇ ਬੇਰ ਨੂੰ ਜਿਹਨੂੰ ਆਪਾਂ ਕਹਿੰਦੇ ਹਾਂ ਜੀ, ਉਹ ਸਾਰੇ ਹੀ ਬੜੇ ਰੈਲੇਵੈਂਟ ਹੋ ਜਾਂਦੇ ਆ ਜੀ। ਸੋ ਇਸ ਵੇਲੇ ਦੀ ਜਿਹੜੀਆਂ ਤੁਸੀਂ ਭੂਮਿਕਾ ਵਿੱਚ ਦੱਸ ਰਹੇ ਸੀ ਕਿ ਸਾਰੀਆਂ ਹੀ ਪਾਰਟੀਆਂ ਲੱਗਦਾ ਕਿ ਇਕਸਾਰ ਜਿਹੀਆਂ ਹੀ ਉਹਨਾਂ ਦਾ ਏਜੰਡਾ ਲੱਗਦਾ, ਇਕਸਾਰ ਜਿਹਾ ਹੀ ਉਹਨਾਂ ਦਾ ਵਿਹਾਰ ਲੱਗਦਾ, ਇੱਕੋ ਜਿਹੇ ਉਹਨਾਂ ਦੇ ਵਾਅਦੇ ਲੱਗਦੇ ਨੇ, ਤੇ ਵੋਟਰ ਜਿਹੜਾ ਹੈ ਉਹ ਭੰਬਲ ਭੂਸੇ 'ਚ ਹੈ ਵੀ ਇਹਨਾਂ 'ਚੋਂ ਮੈਂ ਕਿਹਨੂੰ ਚੂਜ਼ ਕਰਾਂ। ਜੀ, ਇਹ ਗੱਲ ਬਿਲਕੁਲ ਤੁਸੀਂ ਠੀਕ ਕਹੀ ਆ। ਤੇ ਸਿਆਸਤ ਦੀ ਖੇਡ ਜਿਹੜੀ ਇਹੀ ਹੁੰਦੀ ਹੈ। ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਦੋਂ 14 ਦੀਆਂ ਚੋਣਾਂ ਹੋਈਆਂ ਨੇ ਆਪਣੀਆਂ ਪਾਰਲੀਮੈਂਟ ਦੀਆਂ, ਜੀ, ਤੇ ਉਦੋਂ 4 MP ਆਪਣੇ ਜਿੱਤ ਗਏ ਇੱਥੋਂ ਬਿਲਕੁਲ, ਆਮ ਆਦਮੀ ਪਾਰਟੀ ਦੇ, ਜੀ, ਜਿਹਦਾ ਇੱਥੇ ਕੋਈ ਆਧਾਰ ਨਹੀਂ ਸੀ। ਸਿਰਫ ਇੱਕ ਆਈਡੀਆ ਸੀ ਜਿਸ ਨੂੰ ਆਪਾਂ ਕਹਿੰਦੇ ਆ, ਆਈਡੀਆ ਇਹ ਸੀ ਕਿ ਇਹ ਜਿਹੜੀ ਰਵਾਇਤੀ ਸਿਆਸਤ ਹੈ ਉੱਤਰ ਕਾਟੋ ਮੈਂ ਚੜ੍ਹਾਂ ਵਾਲੀ, ਕਿ ਇੱਕ ਆਇਆ ਤੇ ਦੂਜਾ ਗਿਆ, ਤੇ ਲੋਕਾਂ ਦੇ ਵਿੱਚ ਸੀ ਵੀ ਇਹਨਾਂ ਦੀ ਅਸੀਂ ਖੇਡ ਬਥੇਰੀ ਦੇਖ ਲਈ ਹੋਈ ਹੈ ਕਿ ਕੋਈ ਨਵਾਂ ਬਦਲ ਆਏ ਜਿਹੜਾ ਕਿ ਲੋਕ ਪੱਖੀ ਮੁਹਾਂਦਰੇ ਵਾਲਾ ਹੋਏ, ਤੇ ਲੋਕਾਂ ਦੀ ਮਾਨਸਿਕਤਾ ਨੂੰ ਉਹਨੇ ਗ੍ਰਿਫਤ ਵਿੱਚ ਲੈ ਲਿਆ। ਜੀ, ਤੇ 4 MP ਜਿੱਤ ਗਏ। ਪਹਿਲੀ ਵਾਰ ਇਹ ਇਤਿਹਾਸ ਸਿਰਜਿਆ ਗਿਆ। ਬਿਲਕੁਲ। ਔਰ 17 ਦੇ ਵਿੱਚ ਵੀ ਇੱਕ ਬੜਾ ਉਭਾਰ ਆਇਆ, ਆਪਾਂ ਨੂੰ ਪਤਾ। ਉਹ ਗੱਲ ਵੱਖਰੀ ਹੈ ਕਿ ਉਹ ਹੋਰ ਦਾ ਪੇਚਾਂ ਦੇ ਨਾਲ ਤੇ ਕੁਝ ਉਹਨਾਂ ਦੇ ਲੀਡਰਸ਼ਿਪ ਦੀਆਂ ਗਲਤੀਆਂ ਕਾਰਨ ਉਹ ਗੱਲ ਲੋਕ ਮਾਨਸਿਕਤਾ ਵਿੱਚੋਂ ਘਿਰ ਗਈ। ਜੀ, ਨੁਕਤਾ ਕਹਿਣ ਦਾ ਇਹ ਹੈ ਸਰਦਾਰ ਸਾਹਿਬ ਕਿ ਲੋਕ ਤਬਦੀਲੀ ਵਾਸਤੇ ਤਿਆਰ ਹੁੰਦੇ ਨੇ। ਲੋਕ ਚੰਗੀ ਸੱਚੀ ਸੁੱਚੀ ਸਿਆਸਤ ਦੀ ਆਸ ਕਰਦੇ, ਜੀ, ਲੋਕ ਇਮਾਨਦਾਰ ਲੀਡਰਸ਼ਿਪ ਦੀ ਤਵੱਕੋ ਕਰਦੇ। ਪਰ ਸਮੱਸਿਆ ਇਹ ਹੈ ਕਿ ਜਿਹੜਾ ਸਿਆਸਤ ਦੀ ਖੇਡ ਵਿੱਚ ਆ ਜਾਂਦਾ, ਜੀ, ਜਿਹੜੇ ਖਿਡਾਰੀ ਹੈ ਜਿਹਨੂੰ ਆਪਾਂ ਕਹਿੰਦੇ, ਜਿਹੜੇ ਪਿੜ ਵਿੱਚ ਨੇ, ਉਹਨਾਂ ਦੇ ਇੰਟਰਸਟ ਹੋਰ ਹੁੰਦੇ ਨੇ, ਜੀ, ਜਨ ਸਧਾਰਨ ਦੇ ਹੋਰ ਹੁੰਦੇ ਨੇ। ਬਿਲਕੁਲ। ਹੁਣ ਤੁਸੀਂ ਜਾਣਦੇ ਹੋ ਇਸ ਗੱਲ ਨੂੰ ਸਰਦਾਰ ਸਾਹਿਬ ਕਿ ਜਿਹੜਾ ਉਸ ਪਿੜ ਦੇ ਵਿੱਚ ਹੈਗਾ, ਜਿਹੜਾ ਖੇਡ ਰਿਹਾ ਹੋਇਆ, ਉਹਨੂੰ ਪਤਾ ਹੈ ਕਿ ਇਹਦੇ ਵਿੱਚ ਬਹੁਤ ਵੱਡੀ ਇਨਵੈਸਟਮੈਂਟ ਕਰਨੀ ਪੈਂਦੀ ਹੈ। ਆਪਾਂ ਨੂੰ ਪਤਾ ਨਾ ਵੀ ਸਿਆਸਤ ਦੇ ਵਿੱਚ ਜੇ ਇੰਨੀ ਵੱਡੀ ਇਨਵੈਸਟਮੈਂਟ ਕਰਨੀ ਪੈਂਦੀ ਹੈ ਤੇ ਉਹ ਆਪਣੇ ਪੱਲਿਓਂ ਤੇ ਕੋਈ ਕਰਦਾ ਕੋਈ ਨਹੀਂ। ਜੀ, ਉਹ ਤੇ ਕਹਿੰਦੇ ਨੇ ਅਲਟੀਮੇਟਲੀ ਭੇਡਾਂ ਨਹੀਂ ਮੁੰਨਿਆ ਜਾਣਾ। ਉਹ ਜਿਹੜੀ ਹੈ ਉਹਨਾਂ ਨੇ ਪੈਸਾ ਸਾਡੇ ਸਿਰੋਂ ਹੀ ਲੈਣਾ। ਜੀ, ਭਾਵੇਂ ਉਹ ਲਾਉਣ ਤੇ ਸਾਨੂੰ ਖੁਸ਼ ਕਰਨ ਵਾਸਤੇ ਸਾਨੂੰ ਰਿਆਇਤਾਂ ਦੇਣ ਜਾਂ ਉਸ ਵੇਲੇ ਵੰਡ ਦੇਣ, ਸ਼ਰਾਬ ਵੰਡਣ, ਚਾਹੇ ਨਗਦੀ ਵੰਡਣ ਤੇ ਚਾਹੇ ਕੰਬਲ ਵੰਡਣ ਤੇ ਚਾਹੇ ਹੋਰ ਲਾਰੇ ਲਾਉਣ, ਉਹ ਸਾਰਾ ਕੁਝ ਹੀ ਉਹ ਤੁਹਾਡੀ ਔਰ ਮੇਰੀ ਜੇਬ ਦਾ ਹੈਗਾ। ਜੀ, ਹੁਣ ਹੁੰਦਾ ਇਹ ਹੈ ਸਰਦਾਰ ਸਾਹਿਬ ਕਿ ਜਦੋਂ ਸਿਆਸਤ ਤਾਕਤ ਦੀ ਖੇਡ ਬਣ ਜਾਂਦੀ ਹੈ ਤੇ ਉਹ ਤਾਕਤ ਦੀ ਖੇਡ ਖੇਡਣ ਵਾਲੇ ਹੀ ਇਸ ਪਿੜ ਵਿੱਚ ਆਉਂਦੇ ਨੇ। ਜੀ, ਉਹ ਜਦੋਂ ਆਉਂਦੇ ਨੇ ਤੇ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਮੇਰਾ ਇੰਨਾ ਪੈਸਾ ਲੱਗਣਾ ਹੈ ਤੇ ਮੈਂ ਪੈਸਾ ਪਹਿਲਾਂ ਇਕੱਠਾ ਕਿਵੇਂ ਕਰਨਾ, ਜਦੋਂ ਮੈਂ ਤਾਕਤ ਵਿੱਚ ਆ ਜਾਣਾ ਤੇ ਉਹ ਜਿਹੜਾ ਮੈਂ ਖਰਚਿਆ ਹੋਇਆ ਉਹ ਜਿਹਨੂੰ ਕਹਿੰਦੇ ਵਿਆਜ ਨਾਲ ਮੈਂ ਮੁੜ ਕੇ ਇਕੱਠਾ ਕਿਵੇਂ ਕਰਨਾ। ਜੀ, ਸੋ ਇਹ ਵਿਹਾਰਕ ਸਿਆਸਤ ਦੀ ਇਸ ਵੇਲੇ ਤਰਾਸਦੀ ਆਪਾਂ ਕਹਿ ਦਈਏ ਇਹ ਹੈ। ਬਿਲਕੁਲ। ਹੁਣ ਸਮੱਸਿਆ ਇਹ ਹੈ ਕਿ ਇਹ ਕਿਉਂ ਇੱਦਾਂ ਹੁੰਦਾ ਕਿਉਂ ਹੈ, ਮਤਲਬ ਇਹਨੂੰ ਆਪਾਂ ਜੇ ਕਹੀਏ ਤੇ ਹੈ, ਆਪਾਂ ਸਾਰੀ ਦੁਨੀਆ, ਤੁਸੀਂ ਕਿਸੇ ਮੀਡੀਆ ਚੈਨਲਸ ਦੇਖੋ, ਗੱਲਬਾਤ ਦੇਖੋਗੇ ਕਿ ਜਿਹੜੀ ਮੈਂ ਗੱਲ ਕਹੀ ਹੈ ਇਹ ਗੱਲ ਤੇ ਮਤਲਬ ਹੈ ਮਤਲਬ ਬਿਨਾਂ ਕਿਸੇ ਅੰਤ ਤੋਂ ਐਡ ਨਾਸੀਅਮ ਜਿਸ ਨੂੰ ਆਪਾਂ ਕਹਿੰਦੇ, ਇਹ ਦੁਹਰਾਈ ਜਾਂਦੀ ਹੈ। ਜੀ, ਪਰ ਮੈਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰ ਰਿਹਾ ਜਾਂ ਆਪਣੇ ਨਾਲ ਗੱਲਬਾਤ 'ਚ ਇਹਨੂੰ ਲੱਭਣ ਦੀ ਕੋਸ਼ਿਸ਼ ਕਰ ਵੀ ਇੱਦਾਂ ਹੁੰਦਾ ਕਿਉਂ। ਜੀ, ਸਰਦਾਰ ਸਾਹਿਬ ਮੇਰੀ ਸਮਝ 'ਚ ਗੱਲ ਇਸ ਤਰ੍ਹਾਂ ਆਈ ਹੈ ਕਿ ਇਹਨੂੰ ਇੱਕ ਸਾਡੇ ਕਨਸੈਪਟ ਕਹਿੰਦੇ ਨੇ ਸਿਆਸਤ ਵਿੱਚ, ਇੱਕ ਕਿਤਾਬ ਵੀ ਆਈ ਸੀ ਹਿੰਦੁਸਤਾਨ ਦੀ ਸਿਆਸਤ ਬਾਰੇ, ਪੋਲਿਟਿਕਸ ਆਫ ਸਕੇਰਸਿਟੀ। ਓਕੇ। ਸਕੇਰਸਿਟੀ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਆਪਾਂ ਕਹੀਏ ਕਿ ਥੋੜਾ ਮਾਰੀ
ਸਿਆਸਤ ਜਿਸ ਨੂੰ ਆਪਾਂ ਕਹਿੰਦੇ, ਲੋਕ ਥੋੜਾਂ ਦੇ ਮਾਰੇ ਹੋਏ ਨੇ ਜੀ। ਹੁਣ ਇਹ ਹੈ ਕਿ ਸਾਡੀ ਡਿਵੈਲਪਿੰਗ ਡੈਮੋਕ੍ਰੇਸੀ ਹੈ, ਆਪਾਂ ਕਹੀਏ ਕਿ ਸਾਡੀ ਡੈਮੋਕ੍ਰੇਸੀ ਦੀ ਪ੍ਰੋਬਲਮ ਇਹ ਵੀ ਹੈਗੀ ਹੈ ਕਿ ਅਸੀਂ ਜਿਸ ਕਿਸਮ ਦਾ ਸਾਡਾ ਸਮਾਜ ਹੈ ਉਹ ਅਜੇ ਪੱਛਮੀ ਤਰਜ਼ ਦਾ ਸਮਾਜ ਨਹੀਂ ਹੈ ਜੀ। ਸਾਡਾ ਸਮਾਜ ਰਵਾਇਤੀ ਸਮਾਜ ਹੈ। ਅਸੀਂ ਰਵਾਇਤੀ ਕਦਰਾਂ ਕੀਮਤਾਂ ਨਾਲ ਜੁੜੇ ਹੋਏ ਹਾਂ ਜੀ। ਤੇ ਉਹ ਰਵਾਇਤੀ ਕਦਰਾਂ ਕੀਮਤਾਂ ਜਿਹੜੀਆਂ ਹੈਗੀਆਂ ਨੇ, ਇੱਕ ਤੇ ਉਹ ਸਾਨੂੰ ਕੁਝ ਅਜਿਹੇ ਸਮੂਹਾਂ ਵਿੱਚ ਵੰਡ ਦਿੰਦੀਆਂ ਨੇ ਜਿਨ੍ਹਾਂ ਸਮੂਹਾਂ ਨੂੰ ਸਿਆਸਤਦਾਨ ਨੂੰ ਢੰਗ ਤਰੀਕਾ ਆਉਂਦਾ ਹੈ ਕਿ ਉਹਨਾਂ ਸਮੂਹਾਂ ਨੂੰ ਆਪਣੇ ਹੱਕ ਵਿੱਚ ਕਿਵੇਂ ਭੁਗਤਾਉਣਾ ਹੈ ਜੀ। ਚਾਹੇ ਉਹ ਸਮੂਹ ਧਰਮ ਦੇ ਆਧਾਰ ਤੇ ਹੋਣ, ਚਾਹੇ ਜਾਤ ਦੇ ਆਧਾਰ ਤੇ ਹੋਣ, ਚਾਹੇ ਖਿੱਤੇ ਦੇ ਆਧਾਰਿਤ ਹੋਣ, ਚਾਹੇ ਕਿੱਤੇ ਤੇ ਆਧਾਰਿਤ ਹੋਣ। ਇਹ ਆਧਾਰ ਸਿਰਜੇ ਜਾਂਦੇ ਨੇ, ਆਪਾਂ ਨੂੰ ਪਤਾ ਹੈ। ਉਹ ਫਿਰ ਅੱਗੇ ਫਰਦਰ ਕਿਸ ਤਰ੍ਹਾਂ ਵੰਡੀਆਂ ਪਾਉਣੀਆਂ, ਇੱਕ ਖਾਸ ਵਰਗ ਦੇ ਵਿੱਚ ਅੱਗੇ ਕਿਸ ਤਰ੍ਹਾਂ ਵੰਡੀਆਂ ਪਾਉਣੀਆਂ ਨੇ, ਉਹ ਵੀ ਉਹਨਾਂ ਨੂੰ ਢੰਗ ਤਰੀਕੇ ਆਉਂਦੇ ਹੁੰਦੇ ਨੇ ਜੀ। ਸੋ ਮੇਰਾ ਪਹਿਲਾ ਨੁਕਤਾ ਇਹ ਹੈ ਕਿ ਜਿਸ ਕਿਸਮ ਦੇ ਆਪਾਂ ਪਿਛੋਕੜ ਵਿੱਚ ਇਹ ਡੈਮੋਕ੍ਰੈਟਿਕ ਪੋਲਿਟਿਕਸ ਚੱਲ ਰਹੀ ਹੋਈ ਹੈ ਹਿੰਦੁਸਤਾਨ ਦੀ ਜੀ, ਉਹ ਸਾਡਾ ਰਵਾਇਤੀ ਸਮਾਜ ਹੈ। ਉਹਦੀਆਂ ਰਵਾਇਤੀ ਸਮਾਜ ਦੀਆਂ ਜਿਹੜੀਆਂ ਨੇ ਕੁਝ ਲਿਮਿਟੇਸ਼ਨਸ ਹੁੰਦੀਆਂ ਤੇ ਉਹਦਾ ਪ੍ਰਭਾਵ ਸਿਆਸਤ ਡੈਮੋਕ੍ਰੈਟਿਕ ਪੋਲਿਟਿਕਸ ਤੇ ਪੈਂਦਾ। ਯਾਨੀ ਕਿ ਜਿਹੜੀ ਸਿਧਾਂਤਕ ਡੈਮੋਕ੍ਰੈਟਿਕ ਪੋਲਿਟਿਕਸ ਦੀ ਆਪਾਂ ਗੱਲ ਕਰਦੇ ਹਾਂ ਉਹਦੇ ਵਿੱਚ ਤੇ ਇਹ ਹੁੰਦਾ ਨਾ, ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਅਸੀਂ ਪ੍ਰੋਗਰਾਮ ਦਿੰਦੇ ਹਾਂ, ਦੋ ਮੁੱਖ ਪਾਰਟੀਆਂ ਹੁੰਦੀਆਂ ਨੇ ਜੀ। ਦੋ ਮੁੱਖ ਪ੍ਰੋਗਰਾਮ ਮੁੱਖ ਹੁੰਦੇ ਨੇ, ਬਾਕੀ ਗੌਣ ਹੁੰਦੇ ਨੇ, ਮੁੱਖ ਦੋ ਹੁੰਦੇ ਨੇ। ਉਹ ਦੋ ਮੁੱਖ ਹੁੰਦੇ ਨੇ ਮੁੱਦਿਆਂ ਦਾ ਹੁੰਦਾ ਹੈ ਕਿ ਅਸੀਂ ਇਹਨਾਂ ਮੁੱਦਿਆਂ ਨੂੰ ਜੇ ਪ੍ਰਾਇੋਰਟੀ ਤੇ ਰੱਖਾਂਗੇ ਪਹਿਲ ਦੇ ਆਧਾਰ ਤੇ ਇਹਨਾਂ ਮਸਲਿਆਂ ਨੂੰ ਅਸੀਂ ਇਹਨਾਂ ਢੰਗਾਂ ਨਾਲ ਨਜਿੱਠਾਂਗੇ ਜੀ। ਉਹ ਦੋ ਜਿਨ੍ਹਾਂ ਨੂੰ ਕਹੀਏ ਕਿ ਵਿਊ ਪੁਆਇੰਟ ਹੁੰਦੇ ਨੇ, ਦੋ ਪਰਸਪੈਕਟਿਵ ਹੁੰਦੇ ਨੇ, ਦੋ ਨੈਰੇਟਿਵ ਹੁੰਦੇ ਨੇ, ਦੋ ਆਪਾਂ ਆਈਡੀਓਲੋਜੀਕਲ ਪੋਜੀਸ਼ਨਸ ਹੁੰਦੀਆਂ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ। ਪਰ ਉਹ ਸਮੱਸਿਆ ਇੱਥੇ ਨਹੀਂ ਆਏ। ਇੱਥੇ ਇੱਕ ਤੇ ਆਪਣੀ ਉਹ ਟੂ ਪਾਰਟੀ ਸਿਸਟਮ ਵਾਲਾ ਗੱਲ ਹੈ ਨਹੀਂ ਗਿਆ ਜੀ। ਜਿੱਥੇ ਟੂ ਪਾਰਟੀ ਸਿਸਟਮ ਹੁੰਦਾ ਉੱਥੇ ਬ੍ਰੌਡਲੀ ਆਪਾਂ ਨੂੰ ਪਤਾ ਹੁੰਦਾ ਕਿ ਆਈਡੀਓਲੋਜੀਕਲ ਪੋਜੀਸ਼ਨ ਕੀ ਹੈ। ਇੱਕ ਤੇ ਸਾਡੀ ਇਹ ਹੈ ਕਿ ਸਾਡਾ ਕਾਫੀ ਲੰਬਾ ਸਮਾਂ ਤੇ ਵਨ ਡੋਮੀਨੈਂਟ ਪਾਰਟੀ ਸਿਸਟਮ ਰਿਹਾ। ਜਦੋਂ ਤੁਸੀਂ ਗੱਲ ਕਰ ਰਹੇ ਸੀ ਕਿ ਜਦੋਂ ਆਪਾਂ ਆਜ਼ਾਦ ਹੋਏ ਤੇ ਪਹਿਲੀਆਂ ਚੋਣਾਂ ਹੋਈਆਂ ਉਦੋਂ ਤੇ ਲੋਕਾਂ ਦੇ ਉੱਪਰ ਅਜੇ ਤੱਕ ਆਪਾਂ ਕਹੀਏ ਕਿ ਆਜ਼ਾਦੀ ਲਹਿਰ ਦੀ ਪਕੜ ਹੀ ਸੀ, ਉਹਦਾ ਪ੍ਰਭਾਵ ਸੀ ਜੀ। ਉਹ ਆਜ਼ਾਦੀ ਦੀ ਲਹਿਰ ਉਦੋਂ ਦੇ ਆਦਰਸ਼ ਲੋਕਾਂ ਦੀਆਂ ਜਿਹੜੀਆਂ ਇੱਛਾਵਾਂ, ਲੋਕਾਂ ਦੀਆਂ ਖੁਆਇਸ਼ਾਂ ਜੀਆਂ ਸੀਗੀਆਂ ਤੇ ਐਕਸਪੈਕਟੇਸ਼ਨ ਸੀ ਉਹਨਾਂ ਦੀਆਂ ਜੀ। ਪਰ ਉਹ ਹੌਲੀ ਹੌਲੀ ਉਹ ਲੋਕ ਬਦਜ਼ਨ ਹੁੰਦੇ ਗਏ ਕਿਉਂਕਿ ਜੋ ਗੱਲ ਕਹੀ ਗਈ ਸੀ ਉਹ ਧਰਾਤਲ ਤੇ ਜਿਹੜੀ ਆ ਉਹ ਗੱਲ ਹੋਈ ਨਾ ਤੇ ਲੋਕ ਬਦਜ਼ਨ ਹੁੰਦੇ ਗਏ। ਉਹ ਹੋਰ ਪਾਰਟੀਆਂ ਨਵੀਆਂ ਉੱਠਦੀਆਂ ਰਹੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਦੇ ਆਧਾਰਿਤ ਤੇ ਉਹਦੇ ਨਾਲ ਫਿਰ ਵਨ ਡੋਮੀਨੈਂਟ ਪਾਰਟੀ ਸਿਸਟਮ ਜਿਹੜਾ ਕੁਝ ਸਮਾਂ ਟੁੱਟਿਆ ਔਰ ਉਹ ਵੱਖ-ਵੱਖ ਫਿਰ ਆਪਾਂ ਦੇਖਿਆ ਕਿ ਕੋਲੀਸ਼ਨ ਗਵਰਨਮੈਂਟਸ ਦਾ ਯੁੱਗ ਆਇਆ ਜੀ, ਕੇਂਦਰ 'ਚ ਵੀ ਆਇਆ, ਆਪਾਂ ਨੂੰ ਪਤਾ। ਹੁਣ ਕੋਲੀਸ਼ਨ ਗਵਰਨਮੈਂਟਸ ਦਾ ਜਦੋਂ ਯੁੱਗ ਆਇਆ ਤੇ ਉਹ ਤਜਰਬਾ ਵੀ ਅਸੀਂ ਕਰਕੇ ਦੇਖ ਲਿਆ। ਉਹ ਆਪਸ ਵਿੱਚ ਜਿਹਨੂੰ ਕਹਿੰਦੇ ਛਿੱਤਰਾਂ 'ਚ ਦਾਲ ਵੰਡਣ ਵਾਲੀ ਗੱਲ ਹੋ ਜੀ, ਉਹ ਵੀ ਬਹੁਤਾ ਸਮਾਂ ਚੱਲਿਆ ਨਹੀਂ ਤੇ ਮੁੜ ਕੇ ਫੇਰ ਵਨ ਡੋਮੀਨੈਂਟ ਪਾਰਟੀ ਸਿਸਟਮ ਵੱਲ ਨੂੰ ਆਪਾਂ ਆ ਗਏ ਹੋਏ। ਹੁਣ ਆਪਣਾ ਧਰਾਤਲ ਇਹ ਹੀ ਹੈ ਨਾ ਇਸ ਵੇਲੇ। ਪਰ ਇਸ ਸਿਸਟਮ ਦੇ ਅੰਦਰ ਗੱਲ ਇਹ ਹੈ ਕਿ ਜੋ ਹੋਣਾ ਚਾਹੀਦਾ ਉਹ ਤਾਂ ਨਹੀਂ ਹੋ ਸਕਦਾ, ਜਾਂ ਅਸੀਂ ਮਤਲਬ ਕਿ ਉਸ ਤਰ੍ਹਾਂ ਦੇ ਪ੍ਰਬੰਧ ਦੇ ਵਿੱਚ ਨਹੀਂ ਜਾ ਸਕਦੇ। ਸਾਨੂੰ ਪਤਾ ਹੈ ਕਿ ਸਾਡਾ ਇੱਕ ਸਿਸਟਮ ਚੱਲ ਰਿਹਾ, ਉਹਦਾ ਇੱਕ ਕਨਸਟੀਟਿਊਸ਼ਨਲ ਵੇ ਹੈ ਜੀ। ਪਰ ਉਸ ਵੇ ਦੇ ਅੰਦਰ ਪੰਜਾਬ ਦੇ ਅੰਦਰ ਇਲੈਕਸ਼ਨ ਆ ਰਹੇ ਨੇ, ਉਸ ਇਲੈਕਸ਼ਨ ਦੇ ਅੰਦਰ ਹਰ ਕੋਈ ਆਪੋ ਆਪਣੇ ਢੰਗ ਦੇ ਨਾਲ ਚੀਜ਼ਾਂ ਨੂੰ ਪੇਸ਼ ਕਰ ਰਿਹਾ। ਤੁਹਾਨੂੰ ਕੀ ਲੱਗਦਾ ਹੈ ਜੇ ਆਪਾਂ ਵੱਖ-ਵੱਖ ਪਾਰਟੀਆਂ ਦੇ ਹਿਸਾਬ ਦੇ ਨਾਲ ਸਮਝਣਾ ਚਾਹੀਏ ਤੇ ਆਮ ਆਦਮੀ ਪਾਰਟੀ ਦੀ ਵਿਰਾਸਤ ਕਿੱਥੇ ਖੜੀ ਹੈ? ਉਹ ਵਿਰਾਸਤ ਕਿੰਨਾ ਕੁ ਪੰਜਾਬ ਦੇ ਅੰਦਰ ਤੁਹਾਨੂੰ ਲੱਗਦਾ ਕਿ ਸਰਵਾਈਵ ਕਰ ਸਕਦੀ ਹੈ? ਕੀ ਚਾਂਸ ਨੇ, ਕੀ ਉਮੀਦ ਆ ਇਸ ਵੇਲੇ ਦੀ ਸਥਿਤੀ ਜੋ ਜਿਹੜੀ ਮੇਰੀ ਸਮਝ ਹੈ? ਜੇ ਤੇ ਆਪਾਂ ਕੇਜਰੀਵਾਲ ਸਾਹਿਬ ਦਾ ਪ੍ਰੈਜ਼ੈਂਟ ਸਟਾਂਸ ਜਿਹੜਾ ਹੈ ਤੇ ਜਿਸ ਕਿਸਮ ਦੀਆਂ ਜਿਹਨੂੰ ਆਪਾਂ ਲੋਲੀਪੌਪ ਜਾਂ ਫ੍ਰੀ ਬੀਜ਼ ਦੀ ਆਪਾਂ ਗੱਲ ਕਰਦੇ ਹਾਂ ਜੀ, ਉਹ ਤੇ ਬਹੁਤੀਆਂ ਕਾਮਯਾਬ ਹੁੰਦੀਆਂ ਮੈਨੂੰ ਨਜ਼ਰ ਨਹੀਂ ਆਉਂਦੀਆਂ। ਓਕੇ, ਉਹਦਾ ਕੋਈ ਜਿਹਨੂੰ ਕਹੀਏ ਕਿ ਪੰਜਾਬੀ ਮਾਨਸਿਕਤਾ ਤੇ ਉਸ ਕਿਸਮ ਦਾ ਹੀ ਵੱਡਾ ਪ੍ਰਭਾਵ ਨਹੀਂ ਪੈ ਰਿਹਾ। ਹਾਲਾਂਕਿ ਕੋਸ਼ਿਸ਼ ਕਰ ਰਿਹਾ ਸੈਲ ਕਰਨ ਦੀ, ਪਰ ਹੋਣਾ ਨਹੀਂਗਾ ਜੀ।
ਕਿਉਂਕਿ ਉਹ ਤਾਂ ਸਾਰੀਆਂ ਹੀ ਪਾਰਟੀਆਂ 19-21 ਦੇ ਫਰਕ ਨਾਲ ਸਾਰੀਆਂ ਹੀ ਗੱਲਾਂ ਉਹ ਹੀ ਕਹਿ ਰਹੀਆਂ ਹੋਈਆਂ ਨੇ। ਔਰ ਉਹਨਾਂ ਦੀਆਂ ਹੈਂਡੀਕੈਪ ਸਭ ਤੋਂ ਵੱਡੀ ਜਿਹੜੀ ਮੈਨੂੰ ਨਜ਼ਰ ਆ ਰਹੀ ਹੈ ਕਿ ਉਹ ਆਮ ਤੌਰ ਤੇ ਸਾਰੀ ਦੁਨੀਆ ਹੀ ਕਹਿੰਦੀ ਹੈ ਕਿ ਜਿੰਨਾ ਚਿਰ ਤੁਸੀਂ ਇੱਥੋਂ ਦਾ ਪੰਜਾਬੀ ਚਿਹਰਾ ਮੋਹਰਾ ਜਿਹੜਾ ਹੈ ਲੋਕਾਂ ਦੇ ਵਿੱਚ ਪ੍ਰਵਾਨ ਹੋਵੇ ਉਹ ਨਹੀਂ ਦਿੰਦੇ, ਉਹਨਾਂ ਚਿਰ ਇਹੀ ਪ੍ਰਭਾਵ ਜਾਂਦਾ ਹੈ ਕਿ ਇਹ ਪੰਜਾਬ ਦੇ ਉੱਪਰ ਦਿੱਲੀ ਤੋਂ ਬੈਠੇ ਜਿਹੜੇ ਲੋਕ ਨੇ ਆਪਣੇ ਏਜੰਟਸ ਰਾਹੀਂ ਉਹ ਰਾਜ ਕਰਨਾ ਚਾਹੁੰਦੇ ਨੇ, ਜਿਹੜੀ ਕਿ ਇਹੀ ਐਲੀਗੇਸ਼ਨ ਇਹਨਾਂ ਤੇ 17 ਵਿੱਚ ਲੱਗੀ ਸੀ ਜੀ। ਤੇ ਉਦੋਂ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ 17 ਦੀਆਂ ਜਿਹੜੀਆਂ ਅਸੈਂਬਲੀ ਚੋਣਾਂ ਹੋਈਆਂ ਨੇ ਉਹ ਉੱਥੋਂ ਹੀ ਸਾਰੇ ਬੰਦੇ ਆਏ ਸੀ ਜਿਹੜੇ ਸਾਰੀ ਪੋਲ ਸਟ੍ਰੈਟਜੀ ਮੈਨੇਜ ਕਰ ਰਹੇ ਸੀਗੇ। ਔਰ ਹੁਣ ਵੀ ਉਹਨਾਂ ਦੇ 2 ਬੰਦੇ ਜਿਹੜੇ ਇੰਚਾਰਜ ਪੰਜਾਬ ਦੇ ਨੇ ਉਹ ਦਿੱਲੀ ਤੋਂ ਨੇ ਜੀ। ਔਰ ਤੁਹਾਨੂੰ ਨਾਂ ਪਤਾ ਹੀ ਆ ਜੀ। ਸੋ ਜੇ ਤਾਂ ਇਹੀ ਸਿਸਟਮ ਚੱਲਦਾ ਹੈ ਤੇ ਉਹਦੇ ਨਾਲ ਮੈਨੂੰ ਲੱਗਦਾ ਹੈ ਕਿ ਇਹ ਸਮੱਸਿਆ ਉਹਨਾਂ ਦੀ ਉੱਥੇ ਰਹਿਣੀ ਹੈ ਤੇ ਇਹ ਜੇਤੂ ਧਿਰ ਦੇ ਤੌਰ ਤੇ ਨਹੀਂ ਨਿਕਲ ਸਕਦੀ। ਪ੍ਰਭਾਵ ਹੈਗਾ ਇਹ 'ਚ ਕੋਈ ਸ਼ੱਕ ਨਹੀਂ, ਪਰ ਇਹ ਜੇਤੂ ਧਿਰ ਨਹੀਂ ਬਣ ਸਕਦੀ। ਉਹਦੇ ਕਾਰਨ ਨੇ 2, ਇੱਕ ਤੇ ਇਹ ਪੰਜਾਬੀ ਮਾਨਸਿਕਤਾ ਦੀ ਮੈਂ ਗੱਲ ਕਰ ਜੀ। ਦੂਜੀ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਕਿ 17 ਦੇ ਵਿੱਚ ਆਮ ਆਦਮੀ ਪਾਰਟੀ ਨੂੰ 2 ਪ੍ਰਮੁੱਖ ਬੜੀਆਂ ਹੀ ਵਰਗ ਨੇ ਜਿਹੜੇ ਉਹਨਾਂ ਨੇ ਬਹੁਤ ਸਪੋਰਟ ਦਿੱਤੀ ਸੀ। ਇੱਕ ਆਪਾਂ ਕਹਿੰਦੇ NRI ਸੀ, ਬਿਲਕੁਲ ਉਹਨਾਂ ਨੇ ਪੈਸਾ ਵੀ ਕਾਫੀ ਦਿੱਤਾ ਸੀਗਾ ਤੇ ਸਪੋਰਟ ਵੀ ਕੀਤੀ ਸੀ। ਆਪਣੇ ਜਿਹੜੇ ਰਿਸ਼ਤੇਦਾਰ ਨੇ ਹੋਰ ਮਿੱਤਰਾਂਚਾਰਿਆਂ ਨੂੰ ਸਾਰਿਆਂ ਨੂੰ ਕਿਹਾ ਵੀ ਆਮ ਆਦਮੀ ਪਾਰਟੀ ਨੂੰ ਸਪੋਰਟ ਕਰੋ, ਨਾ ਪੈਸੇ ਦੀ ਥੋੜ੍ਹ ਤੇ ਨਾ ਹੀ ਆਪਾਂ ਕਹੀਏ ਕਿ ਇੱਕ ਜਿਹੜੀ ਆ ਸਮਾਜਿਕ ਸਪੋਰਟ ਜਿਹਨੂੰ ਆਪਾਂ ਕਹਿੰਦੇ ਆ ਆਪਣੇ ਭਾਈਚਾਰੇ ਦੀ ਜੀ। ਔਰ ਦੂਸਰਾ ਸੀ ਲੈਫਟ ਗਰੁੱਪ ਜਿਸ ਨੂੰ ਆਪਾਂ ਕਹਿੰਦੇ ਖੱਬੇ ਪੱਖੀ ਸੋਚ ਵਾਲੇ ਗਰੁੱਪ ਜਿਹੜੇ ਸੀ ਉਹ ਵੀ ਆਮ ਆਦਮੀ ਪਾਰਟੀ ਵੱਲ ਨੂੰ ਉਹਨਾਂ ਦਾ ਝੁਕਾਅ ਹੋ ਗਿਆ ਸੀਗਾ। ਤੇ ਤੀਸਰਾ ਕੁਝ ਹੱਦ ਤੱਕ ਆਪਾਂ ਕਹੀਏ ਕਿ ਸਿੱਖ ਜਿਹੜੇ ਖਾੜਕੂ ਕਿਸਮ ਦੇ ਲੋਕ ਵੀ ਜਿਹੜੇ ਸੀਗੇ ਉਹ ਵੀ ਇੱਕ ਵਰਗ ਇਹਨਾਂ ਨੂੰ ਪਿੱਛੋਂ ਸਪੋਰਟ ਕਰ ਰਿਹਾ ਸੀ ਕਿਉਂਕਿ ਅਕਾਲੀਆਂ ਤੋਂ ਤੰਗ ਸੀਗੇ ਜੀ। ਸੋ ਜੋ ਮੇਰੀ ਸਮਝ ਆਇਆ ਕਿ ਇਸ ਤਰ੍ਹਾਂ ਦਾ ਬਣ ਗਿਆ ਸੀ। ਹੁਣ ਆਪਾਂ ਦੀ ਹੁਣ ਦੇ ਸਿਨਾਰੀਓ 'ਚ ਇਹੀ ਚੀਜ਼ ਇਸ ਵੇਲੇ ਦੇਖਣ ਦੀ ਕੋਸ਼ਿਸ਼ ਕਰੀ ਤਾਂ ਇਸ ਵੇਲੇ ਹੈ ਲੈਫਟ ਦੇ ਗਰੁੱਪ ਇਹਨਾਂ ਦੇ ਨਾਲ ਨਹੀਂ ਹੈ ਜੀ। ਜਿਹੜੀ NRI ਸਪੋਰਟ ਹੈ ਉਹ ਨਹੀਂ ਹੈ। ਔਰ ਜਿਹੜੀ ਆਪਾਂ ਕਹੀਏ ਕਿ ਸਿੱਖ ਖਾੜਕੂ ਕਿਸਮ ਦੀ ਜਿਹੜੀ ਉਹ ਵੀ ਕੋਈ ਬਹੁਤੀ ਸਪੋਰਟ ਮੈਨੂੰ ਇਹਨਾਂ ਨੂੰ ਨਹੀਂ ਲੱਗਦੀ ਜੀ। ਔਰ ਦੂਸਰੀ ਇੱਕ ਗੱਲ ਜਿਹੜੀ ਹੈ ਕਿ ਇਹਦਾ ਪ੍ਰਭਾਵ ਜਿਹੜਾ ਜੋ ਮੈਨੂੰ ਲੱਗਦਾ ਹੈ ਆਮ ਆਦਮੀ ਪਾਰਟੀ ਦਾ ਉਹ ਮਾਲਵੇ ਵਿੱਚ ਜ਼ਿਆਦਾ ਹੈ, ਮਾਝੇ ਤੇ ਦੁਆਬੇ ਵਿੱਚ ਘੱਟ ਹੈ ਜੀ। ਉਹਦੇ ਫੈਕਟਰਸ ਕਈ ਹੋ ਜਾਣਗੇ, ਆਪਾਂ ਉਹਨਾਂ 'ਚ ਨਾ ਜਾਈਏ, ਪਰ ਇਸ ਵੇਲੇ ਦੀ ਜੋ ਧਰਾਤਲ ਜੋ ਮੇਰੀ ਸਮਝ 'ਚ ਗੱਲ ਆ ਰਹੀ ਹੈ ਸੋ ਜਦੋਂ ਇਹ ਸਿਨਾਰੀਓ ਹੁੰਦਾ ਹੈ ਆਫਟਰ ਆਲ ਇੱਕ ਤੁਹਾਨੂੰ ਸਮੁੱਚੇ ਪੰਜਾਬ ਦੇ ਵਿੱਚ 30% ਪਲੱਸ ਵੋਟ ਜਿਹੜੀ ਹੈ ਉਹ ਤੁਹਾਨੂੰ ਹੋਣੀ ਚਾਹੀਦੀ ਹੈ। ਉਹ ਬਾਕੀ ਫਿਰ ਗੱਲਾਂ ਮੁੱਦਿਆਂ ਤੇ ਇੱਕ ਹਵਾ ਬਣਨ ਦੀ ਗੱਲ ਹੁੰਦੀ ਜੀ। ਸੋ ਇਸ ਵੇਲੇ ਸਰਦਾਰ ਸਾਹਿਬ ਨਾ ਤੇ ਕੋਈ ਹਵਾ ਵਾਲੀ ਗੱਲ ਮੈਨੂੰ ਨਜ਼ਰ ਆਉਂਦੀ ਹੈ। ਮੇਰੀ ਸਮਝ ਤੇ ਹਮੇਸ਼ਾ ਇਹ ਗੱਲ ਹੁੰਦੀ ਹੈ ਕਿ ਸਿਆਸਤ ਦੇ ਵਿੱਚ ਇਲੈਕਸ਼ਨ 'ਚ ਉਹੀ ਧਿਰ ਜੇਤੂ ਹੁੰਦੀ ਹੈ ਜਿਹਦੇ ਹੱਕ ਵਿੱਚ ਕੋਈ ਨਾ ਕੋਈ ਰੌਂ ਜੀ ਬਣ ਜਾਂਦੀ ਹੈ। ਲੋਕ ਮਾਨਸਿਕਤਾ ਦੇ ਵਿੱਚ ਨਾ ਇੱਕ ਗੱਲ ਆ ਜਾਂਦੀ ਹੈ ਕਿ ਭਾਈ ਇਹ ਗੱਲ ਠੀਕ ਹੈ, ਇਹਨਾਂ ਨੂੰ ਆਪਾਂ ਨੂੰ ਚਾਂਸ ਦੇਣਾ ਚਾਹੀਦਾ, ਪ੍ਰੈਫਰੈਂਸ ਇੱਕ ਬਣ ਜਾਂਦੀ ਹੈ। ਉਹ ਹਵਾ ਜੀ ਤੁਸੀਂ ਦੇਖੋ ਬਣਦੀ ਇਲੈਕਸ਼ਨ ਦੇ ਨੇੜੇ ਜੇ ਜਾ ਕੇ ਹੈ ਜੀ। ਜੀ। ਉਹ ਅਜੇ ਤੱਕ ਨਹੀਂ ਹੈ, ਪਰ ਜਿਹੜਾ ਰੌਂ ਬਣ ਰਿਹਾ ਹੈ ਹਾਂ ਉਹ ਆਪਣੇ ਆਪ 'ਚ ਬੜੇ ਅਜਬ ਤਰ੍ਹਾਂ ਦਾ ਮਾਸਟਰ ਸਟ੍ਰੋਕ ਨਿਕਲ ਕੇ ਆਇਆ। ਜਿਸ ਤਰ੍ਹਾਂ ਦੀ ਨਰਿੰਦਰ ਮੋਦੀ ਦੀ ਪੋਲਿਟਿਕਸ ਸ਼ੁਰੂ ਹੋਈ ਜੀ ਜਿਸ ਦੇ ਅੰਦਰ ਪੂਰੀ ਇੱਕ ਇਸ਼ਤਿਹਾਰਬਾਜ਼ੀ ਸੀ, ਪੂਰੀ ਬ੍ਰਾਂਡ ਐਂਡੋਰਸਮੈਂਟ ਸੀ, ਜੀ ਇੱਕ ਪੂਰੀ ਸ਼ਖਸੀਅਤ ਦਾ ਪ੍ਰਭਾਵ ਸੀ, ਉਹਦਾ ਹਿਪਨੋਟਾਈਜ਼ ਫੈਕਟਰ ਸੀ ਜੀ। ਉਸੇ ਤਰ੍ਹਾਂ ਦਾ ਤੁਸੀਂ ਦੇਖੋਗੇ ਜਦੋਂ ਆਪਾਂ ਕਾਂਗਰਸ ਦੀ ਗੱਲ ਕਰਦੇ ਹਾਂ ਹਾਂਜੀ ਹਾਂ ਤੇ ਕਾਂਗਰਸ ਉਹੀ ਹੈ ਜਿੱਥੇ ਕੈਪਟਨ ਅਮਰਿੰਦਰ ਸਿੰਘ ਗੁਟਕੇ ਤੇ ਸਹੁੰ ਖਾ ਕੇ ਆਏ। ਬਿਲਕੁਲ ਨਸ਼ਾ ਮੁਕਤ ਪੰਜਾਬ ਕਰਨਾ ਸੀ, ਘਰ ਘਰ ਨੌਕਰੀ ਦੇਣੀ ਸੀ, ਕਰਜ਼ ਮੁਕਤ ਪੰਜਾਬ ਕਰਨਾ ਸੀ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਤੋਂ ਬਾਹਰ ਜਾਂਦੇ ਨੇ, ਚਰਨਜੀਤ ਸਿੰਘ ਚੰਨੀ ਉਹਨਾਂ ਦੀ ਥਾਂ ਲੈਂਦੇ ਨੇ ਤੇ ਚਰਨਜੀਤ ਸਿੰਘ ਚੰਨੀ ਦੀ ਪੂਰੀ ਇਸ਼ਤਿਹਾਰਬਾਜ਼ੀ ਇਹ ਹੁੰਦੀ ਹੈ ਕਿ ਉਹ ਘਰ ਘਰ ਦੇ ਮਸਲੇ ਹੱਲ ਕਰ ਰਹੇ ਨੇ। ਬਿਲਕੁਲ ਠੀਕ ਆ। ਐਲਾਨ ਤੇ ਐਲਾਨ ਹੋ ਰਹੇ ਨੇ, ਉਸੇ ਐਲਾਨ ਦੇ ਚੱਕਰ 'ਚੋਂ ਟਰੋਲ ਵੀ ਹੋ ਰਹੇ ਨੇ। ਜੀ। ਜਿਸ ਤਰ੍ਹਾਂ ਦੀ ਉਹਨਾਂ ਦੀ ਪਰਸੈਪਸ਼ਨ ਹੈ, ਲੋਈ ਲੈ ਕੇ ਇੰਟਰਵਿਊ ਦੇਣਾ, ਬਹੁਤ ਸਾਦਗੀ ਦੇ ਵਿੱਚ ਰਹਿਣਾ। ਆਪਾਂ ਇਹ ਨਹੀਂ ਕਹਿੰਦੇ ਹੋ ਸਕਦਾ ਉਹਨਾਂ ਦੇ ਬਹੁਤ ਸਾਰੇ ਫੈਕਟਰ ਉਹਨਾਂ ਦੀ ਸਾਦਗੀ ਵਾਲੇ ਹੋਣ, ਪਰ ਬਹੁਤ ਸਾਰੇ ਕਿਤੇ ਨਾ ਕਿਤੇ ਇੱਕ ਖਾਸ ਤਰ੍ਹਾਂ ਦੀ ਪੇਸ਼ਕਾਰੀ ਕੀਤੀ ਜਾ ਰਹੀ ਹੈ। ਬਿਲਕੁਲ ਠੀਕ ਹੈ। ਮਤਲਬ ਕਿ ਇਸੇ ਚੱਕਰ 'ਚੋਂ ਟਰੋਲ ਵੀ ਹੋ ਰਹੇ ਨੇ ਕਿ ਉਹ ਉਹਨਾਂ ਨੂੰ ਸਾਰੇ ਤਰ੍ਹਾਂ ਦੇ ਕੰਮ ਆਉਂਦੇ ਨੇ।
ਇਹ ਜਿਸ ਤਰ੍ਹਾਂ ਦੀ ਹੈਗੀ ਹੈ, ਇਸ ਦੇ ਵਿੱਚ ਇਸ ਮਾਸਟਰ ਸਟ੍ਰੋਕ 'ਚ ਲੋਕਾਂ ਨੂੰ ਇਹ ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਕਾਂਗਰਸ ਕਿਹੜੇ ਵਾਅਦਿਆਂ ਨਾਲ ਸੱਤਾ 'ਚ ਆਈ ਸੀ। ਉਹ ਸੱਤਾ 'ਚ ਆਉਣ ਦੇ ਜਿਹੜੇ ਵਾਅਦੇ ਸੀ ਉਹ ਤਾਂ ਸਾਰੇ ਪਿੱਛੇ ਰੁੜ ਕੇ ਲੈ ਗਏ। ਜੀ ਜੀ ਉਹ ਤਾਂ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਹੀ ਚਲੇ ਗਏ। ਜਦੋਂ ਆਪਾਂ ਕਹਿੰਦੇ ਕੋਈ ਬੰਦਾ, ਜਦੋਂ ਆਪਾਂ ਕੋਈ ਬੰਦਾ ਮਾਰੀ ਜਾਂਦਾ ਆਪਣੇ ਪੂਰਾ ਹੁੰਦਾ ਤਾਂ ਕਹਿੰਦੇ ਵੀ ਉਹ ਕੀ ਹੋਇਆ, ਕਹਿੰਦੇ ਇਹ ਤਾਂ ਹੁਣ ਉਹਦੇ ਨਾਲ ਹੀ ਚਲੇ ਗਏ। ਤੇ ਇਹ ਜਿਹੜਾ ਸਿਸਟਮ ਹੈ ਉਸੇ ਤਰ੍ਹਾਂ ਆ ਕਾਂਗਰਸ ਦੇ ਇਸ ਮਾਸਟਰ ਸਟ੍ਰੋਕ 'ਚ। ਨੋ ਡਾਊਟ ਚੰਨੀ ਸਰਕਾਰ ਆਉਣ ਤੋਂ ਬਾਅਦ ਜਾਂ ਚਰਨਜੀਤ ਸਿੰਘ ਚੰਨੀ ਦਾ ਪ੍ਰਭਾਵ ਉਸ ਤਰ੍ਹਾਂ ਦਾ ਹੈਗਾ ਆ। ਇਸ ਦੇ ਵਿੱਚ ਤੁਸੀਂ ਕੀ ਵੇਖਦੇ ਹੋ ਕਿ ਕਾਂਗਰਸ ਨੂੰ ਇਸ ਦਾ ਫਾਇਦਾ ਮਿਲੇਗਾ ਜਾਂ ਨੁਕਸਾਨ ਮਿਲੂਗਾ, ਜਾਂ ਇਹ ਇਸ਼ਤਿਹਾਰਬਾਜ਼ੀ ਹੈ ਜਾਂ ਸੱਚਾਈ ਹੈ? ਇਸ ਤੋਂ ਕਿੰਨਾ ਕੁ ਬਚਣ ਦੀ ਲੋੜ ਹੈ ਜਾਂ ਕਿੰਨੀ ਕੁ ਸੱਚਾਈ ਹੈ? ਠੀਕ, ਤੁਸੀਂ ਬਿਲਕੁਲ ਤੁਹਾਡਾ ਵਾਜਬ ਪ੍ਰਸ਼ਨ ਹੈ ਇਹ। ਦੇਖੋ ਸਰ ਸਾਹਿਬ, ਗੱਲ ਇਹ ਹੈ ਕਿ ਜਦੋਂ ਚੰਨੀ ਸਾਹਿਬ ਬਣੇ ਸੀਐਮ ਤੇ ਜਿਸ ਕਿਸਮ ਦੇ ਉਹਨਾਂ ਨੇ ਪਾਪੂਲਿਸਟ ਜੇ ਸਟੈਪਸ ਲਏ, ਇਹ ਲੋਕ ਮਾਨਸਿਕਤਾ ਦੇ ਵਿੱਚ ਉਹਨਾਂ ਦਾ ਬਹੁਤ ਅੱਛਾ ਪ੍ਰਭਾਵ ਗਿਆ ਜੀ। ਅਜੇ ਤੇ ਆ ਦੇਖੋ 2 ਮਹੀਨੇ ਹੋਏ ਨੇ ਇਹਨਾਂ ਨੂੰ ਬਣਿਆ ਨੂੰ, ਤੇ ਜਿਵੇਂ ਆਉਂਦੇ ਆਉਂਦੇ ਤੇਜ਼ੀ ਨਾਲ ਵੀ ਆਹ ਕਰਾਂਗੇ ਮੈਂ ਕਰਾਂ, ਜੇ ਸਾਰੀਆਂ ਫਰੀ ਬੀਜ਼ ਜਿਨ੍ਹਾਂ ਨੂੰ ਆਪਾਂ ਕਹਿੰਦੇ, ਲੋਕਾਂ 'ਚ ਪ੍ਰਭਾਵ ਅੱਛਾ ਗਿਆ ਕਿ ਇਹ ਚੀਫ ਮਿਨਿਸਟਰ ਆਇਆ ਜਿਹੜਾ ਜਨ ਸਧਾਰਨ ਵਿੱਚ ਵਿਚਰਦਾ ਹੈ, ਆਮ ਆਦਮੀਆਂ 'ਚ ਵਿਚਰਦਾ। ਆਮ ਆਦਮੀ ਇਹ ਆ ਵੀ ਇਹ ਰਾਜਾ ਮਹਿਲਾਂ ਵਿੱਚ ਰਹਿਣ ਵਾਲਾ ਨਹੀਂ, ਜਿਹੜਾ ਕਿ ਕੰਟਰਾਸਟ ਹੈ। ਆਪਾਂ ਨੂੰ ਕੋਈ ਸ਼ੱਕ ਨਹੀਂ ਬਿਲਕੁਲ ਕਿ ਕੈਪਟਨ ਸਾਹਿਬ ਤੇ ਮਿਲਦੇ ਹੀ ਨਹੀਂ ਸੀ, ਆਪਾਂ ਨੂੰ ਪਤਾ ਹੈ। ਉਹਨਾਂ ਬਾਰੇ ਮਸ਼ਹੂਰ ਸੀ ਕਿ ਨਾਨ ਪਰਫਾਰਮੈਂਸ ਸੀਗਾ, ਆਮ ਲੋਕਾਂ ਨੂੰ ਮਿਲਦੇ ਨਹੀਂ ਸੀ। ਤੁਸੀਂ ਠੀਕ ਕਹਿ ਰਹੇ ਹੋ। ਹੁਣ ਸਮੱਸਿਆ ਇਹ ਹੈ ਕਿ ਜਿੱਥੋਂ ਤੱਕ ਸਿਆਸੀ ਪੈਂਤੜੇ ਦੀ ਗੱਲ ਹੈ, ਉਹਦੇ 'ਚ ਕੋਈ ਫਰਕ ਨਹੀਂ ਜੀ। ਜੋ ਵਾਅਦੇ ਕੈਪਟਨ ਸਾਹਿਬ ਦੇ ਸੀਗੇ, ਝੂਠੇ ਸੱਚੇ ਸਾਹਮਣੇ ਆਪਣੇ ਨੇ, ਉਹੀ ਇਹਨਾਂ ਦੇ ਨੇ। ਧਰਾਤਲ ਤੇ ਇਹ ਗੱਲਾਂ ਹੋ ਨਹੀਂ ਰਹੀਆਂ ਜੀ। ਚਾਹੇ ਉਹ ਆਪਾਂ ਰੇਤੇ ਦੀ ਗੱਲ ਕਰ ਰਹੀਏ, ਚਾਹੇ ਆ ਮੀਡੀਆ ਦੀ ਗੱਲ ਕਰ ਰਹੀਏ, ਆਪਾਂ ਕੇਬਲ ਦੀ, ਬਿਲਕੁਲ ਉਹ ਹੋ ਨਹੀਂ ਰਹੀਆਂ। ਜਿਸ ਕਿਸਮ ਦੇ ਲਾਰੇ ਲਾਏ ਜਾ ਰਹੇ ਨੇ, ਨੌਕਰੀਆਂ ਦੀ ਕੀਤੀ ਜਾ ਰਹੀ ਹੈ, ਉਹ ਹੋ ਨਹੀਂ ਰਹੇ ਜੀ। ਉਹ ਕੁਝ ਚੇਂਜ ਤੇ ਲੋਕਾਂ, ਪਰ ਸਭ ਤੋਂ ਵੱਡਾ ਜਿਹਨੂੰ ਆਪਾਂ ਕਹੀਏ ਕਿ ਟਰੰਪ ਕਾਰਡ, ਜਿਸ ਨੂੰ ਆਪਾਂ ਤਰੁੱਪ ਦਾ ਪਤਾ ਕਹਿ ਦਿੰਦੇ ਹਾਂ, ਉਹ ਇਹਨਾਂ ਦਾ ਹੈਗਾ ਕਿ ਕਾਸਟ ਕੰਬੀਨੇਸ਼ਨ, ਕਿ ਪੰਜਾਬ ਦੇ ਵਿੱਚ 32% ਦੇ ਕਰੀਬ ਜਿਹੜੀ ਦਲਿਤ ਵਰਗ, ਜਿਹਨੂੰ ਆਪਾਂ ਕਹਿ ਦਿੰਦੇ ਹਾਂ SCs ਜਿਹੜੇ ਹੈਗੇ ਨੇ। ਹੁਣ ਜਦੋਂ ਦਲਿਤ ਵਰਗ 'ਚੋਂ ਇੱਕ ਚੀਫ ਮਿਨਿਸਟਰ ਬਣਦਾ ਹੈ, ਤੇ ਜਿਸ ਤਰ੍ਹਾਂ ਮੈਂ ਪਹਿਲਾਂ ਅਰਜ਼ ਕੀਤੀ ਸੀ ਕਿ ਇਹ ਆਪਣਾ ਜਿਹੜਾ ਸਮਾਜ ਹੈ ਨਾ, ਉਹ ਰਵਾਇਤੀ ਸਮਾਜ ਹੈ, ਉਹਦੇ ਨਾਲ ਜੁੜਿਆ ਹੋਇਆ ਜੀ। ਤੇ ਕੁਦਰਤੀ ਗੱਲ ਹੈ ਕਿ ਉਸ ਵਰਗ ਦੇ ਵਿੱਚ ਕਾਂਗਰਸ ਨੂੰ ਐਡਵਾਂਟੇਜ। ਸੋ ਇੱਕ ਜਦੋਂ ਐਡਵਾਂਟੇਜ ਮਿਲਦਾ ਹੈ ਜੀ, ਤੇ ਉਹਦੇ ਨਾਲ ਹੁਣ ਇਸੇ ਕਰਕੇ ਤੁਹਾਨੂੰ ਦੇਖੋ ਨਾ, ਸਿੱਧੂ ਜਿਹੜਾ ਹੈ ਤਰਲੋ ਮੱਛੀ ਹੋ ਰਿਹਾ, ਇਸੇ ਕਾਰਨ ਹੋ ਰਿਹਾ ਹੈ ਨਾ ਜੀ, ਕਿ ਉਹਦੀ ਸਪੇਸ ਜਿਹੜੀ ਹੈ ਉਹ ਲੈਣਾ ਚਾਹੁੰਦਾ ਸੀ ਆਪਣੀ ਲੀਡਰਸ਼ਿਪ ਤੇ। ਹੁਣ ਸਾਰੀ ਲੜਾਈ ਦੇਖੋ ਮੇਰੀ ਸਮਝ 'ਚ ਇਹੀ ਆ ਰਹੀ ਹੈ, ਉਹ ਮੁੱਦੇ ਜੋ ਮਰਜ਼ੀ ਕਹੀ ਜਾਏ, ਸਿੱਧੂ ਲਾ ਪਾ ਕੇ ਲੜਾਈ ਸਮੱਸਿਆ ਉਹਦੀ ਹੈ ਕਿ ਚਿਹਰਾ ਕਿਹਨੇ ਬਣਨਾ ਤੇ ਚੀਫ ਮਿਨਿਸਟਰੀਅਲ ਕੈਂਡੀਡੇਟ ਕੌਣ ਹੈ ਜੀ। ਧਰਾਤਲ ਵਿੱਚ ਇਹ ਪਈ ਹੋਈ। ਮੈਂ ਜਿਸ ਤਰ੍ਹਾਂ ਪਹਿਲਾਂ ਕਿਹਾ, ਮੇਰੀ ਸਮਝ 'ਚ ਇਹੀ ਹੈ ਕਿ ਤਾਕਤ ਦੀ ਖੇਡ ਦੇ ਵਿੱਚ ਇਹੀ ਵੇਰੀਏਬਲ ਸਭ ਤੋਂ ਮਹੱਤਵਪੂਰਨ ਹੁੰਦਾ। ਉਹਦੇ ਲਈ ਫਿਰ ਤੁਸੀਂ ਦਲੀਲਾਂ ਸਿਰਜਦੇ ਹੋ, ਉਹਦੇ ਲਈ ਰੈਟਰਿਕ ਇੱਕ ਸਿਰਜਦੇ ਹੋ। ਸੋ ਉਹ ਇਹਨਾਂ ਨੂੰ ਫਾਇਦਾ ਹੈਗਾ ਉਸ ਵਰਗ ਦੇ ਵਿੱਚ ਜੀ। ਪਰ ਹੁਣ ਜੇ ਸਪੋਜ਼ ਗਰਾਊਂਡ ਰਿਐਲਿਟੀ ਤੇ ਅਜੇ ਤੇ 1 ਮਹੀਨਾ 2 ਮਹੀਨੇ ਹੋਰ ਪਏ ਨੇ ਨਾ, ਤੇ ਜਿਹੜੇ ਵਾਅਦੇ ਨੇ ਜੇ ਵਫਾ ਨਾ ਹੋਏ ਜੀ, ਤੇ ਇਹ ਘਾਟੇ ਬੰਦਾ ਸੌਦਾ ਹੋਣਾ। ਸੋ ਸਮੱਸਿਆ ਇਸ ਵੇਲੇ ਇਹ ਆ ਰਹੀ ਹੋਈ ਹੈ ਕਿ ਪੱਲੇ ਕੁਛ ਹੈ ਨਹੀਂ ਜੀ, ਵਾਅਦੇ ਅਸੀਂ ਬਹੁਤ ਵੱਡੇ ਕਰ ਰਹੇ ਹਾਂ। ਸੋ ਜਦੋਂ ਇਹ ਕੁਛ ਹੁੰਦਾ ਹੈ ਤੇ ਉਹ ਆਮ ਲੋਕਾਂ ਦੇ ਵਿੱਚ ਬਦਜ਼ਨੀ ਵੀ ਆਉਂਦੀ ਹੈ। ਜਿੱਥੇ ਇੱਕ ਐਡਵਾਂਟੇਜ ਇੱਕ ਵਾਰ 'ਚ ਮਿਲਦਾ, ਆਮ ਤੌਰ ਤੇ ਉਹ ਡਿਸਐਡਵਾਂਟੇਜ ਹੋ ਜਾਏਗਾ ਕਿ ਇਹ ਵਾਅਦੇ ਕਰਨ ਜੋਗਾ ਲਾਰੇ ਲਾਉਣ ਵਾਲਾ ਹੀ ਹੈਗਾ। ਤੇ ਦੂਸਰੀ ਗੱਲ ਇਹ ਹੈ ਕਿ ਕਰ ਉਹੀ ਚੰਨੀ ਸਾਹਿਬ ਰਹੇ ਨੇ ਜੋ ਮਹਾਰਾਜਾ ਅਮਰਿੰਦਰ ਸਿੰਘ ਕਰਨ ਦੀ ਕੋਸ਼ਿਸ਼ ਕਰਦੇ ਸੀ। ਹੁਣ ਤੁਸੀਂ ਲੇਟੈਸਟ ਦੇਖਿਆ ਹੀ ਹੋਣਾ, ਜਿਸ ਕਿਸਮ ਦੇ ਉਹ ਆਪਣੇ ਸਪੋਰਟਰ ਦੇ ਬੱਚਿਆਂ ਨੂੰ ਜਾਂ ਭਤੀਜਿਆਂ ਨੂੰ ਨੌਕਰੀਆਂ ਦੇਣ ਦੀ ਗੱਲ ਹੁੰਦੀ ਹੈ। ਬਿਲਕੁਲ ਆਪਾਂ ਨੂੰ ਪਤਾ ਹੀ ਹੈ, ਜਲਾਲਪੁਰ ਦੇ ਮੁੰਡੇ ਨੂੰ ਅੱਜ ਜਿਹੜਾ ਲਾਇਆ, ਕੱਲ੍ਹ ਹੀ ਲਾਇਆ ਨਾ, ਇੱਦਾਂ ਹੀ ਅਮਰੀਕ ਸਿੰਘ ਢਿੱਲੋਂ ਦੇ ਜਿਹੜੇ ਉਹਨੂੰ ਭਤੀਜੇ ਨੇ, ਕੋਈ ਭਾਣਜੇ ਨੂੰ ਉਹ ਨੌਕਰੀ ਦਿੱਤੀ ਹੈ, ਜਾਂ ਹੋਰ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਜੇ ਇਹ ਅਕੋਮੋਡੇਟ ਕਰਨੀ ਹੈ, ਜਿਹਨੂੰ ਪੋਲੀਟਿਕਸ ਜਿਹੜੀ ਆਪਾਂ ਨੂੰ ਚੱਲਦੀ ਹੁੰਦੀ ਹੈ ਕਿ ਕਿਸ ਤਰ੍ਹਾਂ ਤੁਸੀਂ ਅਲਾਈਜ਼ ਵਿਨ ਓਵਰ ਕਰਨੇ ਨੇ, ਸਪੋਰਟ ਕਿਸ ਤਰ੍ਹਾਂ ਵਿਨ ਓਵਰ ਕਰਨੀ ਹੈ, ਜੇ ਇਹੀ ਢੰਗ ਤਰੀਕਾ ਸਿਆਸਤ ਦਾ ਹੈਗਾ, ਇਹਦਾ ਕੋਈ ਪ੍ਰਭਾਵ ਅੱਛਾ ਨਹੀਂ ਪੈਂਦਾ ਜਨ ਸਧਾਰਨ ਦੇ ਉੱਪਰ ਜੀ। ਹੁਣ ਮੈਂ ਪਹਿਲਾਂ ਵੀ ਇੱਕ ਗੱਲ ਕੀਤੀ ਸਰਦਾਰ ਸਾਹਿਬ, ਹੁੰਦਾ ਅਸਲ ਸਮੱਸਿਆ ਇਹ ਹੈ ਕਿ ਲੋਕ ਤੇ ਚਾਹੁੰਦੇ ਨੇ ਨਾ ਕਿ ਤਬਦੀਲੀ ਆਏ, ਲੋਕ ਪੱਖੀ ਹਾਂਦਰੂ ਸਿਆਸਤ ਹੋਏ ਜੀ,
ਔਰ ਸਮੱਸਿਆ ਲਾ ਪਾ ਕੇ ਇਹ ਹੈ ਕਿ ਲੋਕ ਇੰਨੇ ਵਿਚਾਰੇ, ਜਿਹਨੂੰ ਕਹੀਏ ਕਿ ਵਿਚਾਰਗੀ ਦੇ ਆਲਮ 'ਚ ਆ ਜਾਂਦੇ ਨੇ। ਸਿਆਸਤਦਾਨ ਦੇ ਹੱਥ ਵਿੱਚ ਤਾਕਤ ਬੜੀ ਆ ਗਈ ਕਿ ਸਾਡਾ ਨਿਜ਼ਾਮ ਇਹੋ ਜਿਹਾ ਹੋ ਗਿਆ ਹੈ ਕਿ ਉਹ 'ਤੇ ਨਿਰਭਰਤਾ ਸਾਡੀ ਬੜੀ ਹੋ ਗਈ ਜੀ, ਕਿ ਸਾਡੇ ਕੰਮ ਨਹੀਂ ਹੁੰਦੇ, ਨਾ ਥਾਣੇ, ਨਾ ਕਚਹਿਰੀ 'ਚ, ਨਾ ਕੋਈ ਹੋਰ, ਨਾ ਕੋਈ ਨੌਕਰੀ 'ਚ, ਨਾ ਕਿਤੇ ਵੀ। ਬਿਲਕੁਲ। ਅਸੀਂ ਉਸ ਸਿਆਸਤਦਾਨ ਦੇ ਮੂੰਹ ਵੱਲ ਵੇਖਦੇ, ਉਹ ਫਿਰ ਜਿਹਨੂੰ ਕਹਿੰਦੇ ਨੇ ਕਿਡ ਪ੍ਰੋ ਕੋ, ਵੀ ਗਿਵ ਐਂਡ ਟੇਕ ਬਣ ਜਾਂਦੀ ਜੀ, ਕਿ ਭਾਈ ਮੈਂ ਤੁਹਾਡੀ ਆ ਮਦਦ ਕੀਤੀ ਸੀ ਤੇ ਤੁਸੀਂ ਭਾਈ ਹੁਣ ਮੇਰੀ ਸਪੋਰਟ ਕਿਉਂ ਨਹੀਂ ਕਰ ਰਹੇ। ਉਹ ਸਾਡਾ ਇੱਕ ਜਿਹਨੂੰ ਕਹੀਏ ਕਿ ਇਸ ਖਿੱਤੇ ਦਾ ਸੁਭਾਅ ਵੀ ਹੈਗਾ ਕਿ ਯਾਰ ਮੇਰੇ ਤੇ ਇਹਨੇ ਗੁਣ ਕੀਤਾ ਤੇ ਮੈਂ ਤੇ ਭਾਈ ਇਹਦੀ ਸਪੋਰਟ ਕਰਨੀ। ਅਸੀਂ ਫਿਰ ਉਹਦੇ ਜਿਹੜੀ ਆ ਨਾਂ ਤੇ ਪਾਰਟੀ ਪ੍ਰੋਗਰਾਮ ਦੇਖਦੇ ਹਾਂ ਜੀ, ਅਸੀਂ ਫਿਰ ਦੇਖਦੇ ਕਿ ਇਹ ਬੰਦਾ ਯਾਰ ਜਿਹੜੀ ਮੇਰੀ ਇਹਨੇ ਮਦਦ ਕੀਤੀ। ਹੁਣ ਸਾਡੇ ਤੇ ਇੱਥੋਂ ਤੱਕ ਆ ਯਾਰ ਕਿ ਸਾਡੇ ਭੋਗ ਤੇ ਆਇਆ ਸੀ, ਸਾਡੇ ਵਿਆਹ ਤੇ ਆਇਆ ਸੀ, ਸਾਡੇ ਦੁੱਖ ਸੁੱਖ ਵਿੱਚ ਸ਼ਾਮਲ ਹੈ ਜੀ। ਸੋ ਸਾਡੀ ਜਿਹੜਾ ਪੈਰਾਮੀਟਰ ਸਪੋਰਟ ਦੇ ਇਹ ਨੇ। ਹਾਂ, ਈਵਨ ਜਦੋਂ ਆਪਾਂ ਪਿੰਡਾਂ ਦੇ ਵਿੱਚ ਸਿਆਸਤ ਦਾ ਉਹ ਪੂਰਾ ਤਸਵੀਰ ਵੇਖੀਏ, ਹਾਂਜੀ ਹਾਂ, ਉਹਦੇ ਵਿੱਚ ਇਹ ਵੀ ਆਉਂਦਾ ਆ ਕਿ ਬਹੁਤ ਸਾਰੇ ਬੰਦੇ ਸਿਰਫ ਇਸ ਕਰਕੇ ਦੂਸਰੀ ਪਾਰਟੀ ਨਾਲ ਰਲ ਰਹੇ ਹੁੰਦੇ ਨੇ ਕਿਉਂਕਿ ਉਹਨਾਂ ਦੇ ਸਾਰੇ ਕੇਸ ਵਾਪਸ ਕਰਵਾਏ ਹੁੰਦੇ। ਬਿਲਕੁਲ ਠੀਕ ਤੁਸੀਂ। ਤੇ ਬਹੁਤ ਸਾਰਿਆਂ ਦਾ ਇਹ ਹੁੰਦਾ ਕਿ ਜੇ ਉਹਨਾਂ ਦਾ ਕੋਈ ਸ਼ਰੀਕ ਕਿਸੇ ਦੂਸਰੀ ਪਾਰਟੀ ਦਾ ਸਪੋਰਟਰ ਹੈ ਤੇ ਉਹਨੂੰ ਨਾ ਚਾਹ ਕੇ ਵੀ ਉਸ ਤੋਂ ਵਿਰੋਧੀ ਪਾਰਟੀ ਦਾ ਸਪੋਰਟਰ ਬਣਨਾ ਪਏਗਾ। ਉਹ ਤੁਸੀਂ ਠੀਕ ਕਹਿ ਰਹੇ ਹੋ ਕਿ ਆਪਾਂ ਨੂੰ ਪਤਾ ਸ਼ਰੀਕੇਬਾਜ਼ੀ ਵੀ ਹੁੰਦੀ ਹੈ, ਧੜੇਬੰਦੀ ਵੀ ਹੁੰਦੀ ਹੈ, ਪਰ ਜਿਹੜੀ ਦਲਿਤ ਪੋਲਿਟਿਕਸ ਦੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਸੱਚਾਈ ਤੇ ਇਹ ਹੈ ਕਿ ਮੱਤੇਵਾੜੇ ਦਾ ਪ੍ਰੋਜੈਕਟ ਪਿਛਲੇ 1 ਸਾਲ ਤੋਂ ਸੁਰਖੀਆਂ 'ਚ ਹੈ। ਹਾਂਜੀ ਹਾਂ, ਤੇ ਲਗਭਗ ਪਿੰਡ ਸੇਖੋਵਾਲ ਦੇ ਅੰਦਰ ਸਾਰੇ ਦੇ ਸਾਰੇ ਦਲਿਤ ਭਾਈਚਾਰੇ ਦੇ ਲੋਕ ਨੇ। 450 ਏਕੜ ਤੋਂ ਵੱਧ ਉਹਨਾਂ ਕੋਲ ਪੰਚਾਇਤੀ ਸ਼ਾਮਲਾਟ ਜ਼ਮੀਨ ਹੀ ਉਹਨਾਂ ਦਾ ਜ਼ਰੀਆ ਸੀ। ਠੀਕ ਹੈ ਜੀ। ਤੇ ਲਾਲ ਬਹਾਦਰ ਸ਼ਾਸਤਰੀ ਨੇ ਜਦੋਂ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਤੇ ਉਹਨਾਂ ਨੇ ਉਹ ਜ਼ਮੀਨਾਂ ਆਬਾਦ ਕੀਤੀਆਂ ਉਹਨਾਂ ਨੇ, ਜਿਸ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਇਆ। ਹਾਂਜੀ ਹਾਂ, ਪਰ ਹੁਣ ਹਾਲ ਇਹ ਹੈ ਕਿ ਮੈਨੂੰ ਨਹੀਂ ਇਸ ਤਰ੍ਹਾਂ ਦਾ ਸੁਣਨ ਨੂੰ ਮਿਲਿਆ ਕਿ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਉਸ ਦਲਿਤ ਭਾਈਚਾਰੇ ਨੂੰ ਕੀ ਭਰੋਸਾ ਦਿੱਤਾ ਹੋਏ ਆਖਰੀ ਟਾਈਮ। ਕੋਈ ਅਜੇ ਤੱਕ ਮੇਰੇ ਵੀ ਬਿਲਕੁਲ ਧਿਆਨ 'ਚ, ਤੁਸੀਂ ਬਿਲਕੁਲ ਨੇ ਮੁੱਦਾ ਠੀਕ ਚੁੱਕਿਆ। ਦੂਸਰਾ ਇਹ ਹੈ ਕਿ ਜਦੋਂ ਸ਼੍ਰੋਮਣੀ ਅਕਾਲੀ ਦਲ ਹਾਂਜੀ ਹਾਂ ਬਸਪਾ ਦੇ ਨਾਲ ਗੱਠਜੋੜ ਕਰਦਾ, ਜੀ 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 ਹਾਂ, ਤੇ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਬਸਪਾ ਦਾ ਦਲਿਤ ਕੈਡਰ ਹੈ ਉਹ ਚੰਨੀ ਦੇ ਹੱਕ 'ਚ ਭੁਗਤੇਗਾ ਜਾਂ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਨਾਲ ਗੱਠਜੋੜ ਕਰਕੇ ਕੋਈ ਨਵੇਂ ਸਮੀਕਰਨ ਪੈਦਾ ਕਰ ਦੂ? ਉਹ ਦੇਖੋ ਜੀ, ਭਾਰੂ ਧਿਰ ਜਿਹੜੀ ਹੈਗੀ ਆ ਐਸਸੀ ਦੀ, ਉਹ ਚੰਨੀ ਸਾਹਿਬ ਦੇ ਹੱਕ ਵਿੱਚ ਭੁਗਤੇਗੀ ਜੀ। ਬਾਕੀ ਲੋਕਲ, ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਲੋਕਲ ਜਿਹੜੀਆਂ ਵੰਡੀਆਂ ਹਰ ਵਰਗ ਵਿੱਚ ਹੁੰਦੀਆਂ ਨੇ, ਪੇਂਡੂ ਭਾਈਚਾਰੇ ਵਿੱਚ ਇਹ ਨਹੀਂ ਹੈ ਵੀ ਐਸਸੀ 'ਚ ਵੀ ਨਹੀਂ ਹੋਣਗੀਆਂ ਤੇ ਬਾਕੀਆਂ 'ਚ ਹੁੰਦੀਆਂ ਨੇ, ਉਸ ਭਾਈਚਾਰੇ 'ਚ ਵੀ ਹੈਗੀਆਂ ਨੇ। ਔਰ ਜਿਹੜੇ ਆਪਾਂ ਦੇਖੋ ਇੱਕ ਐਸਸੀ ਵੀ ਜਿਹੜਾ ਇਹਨੂੰ ਕਹੀਏ ਕਿ ਇੱਕ ਸਾਰ ਇੱਕ ਮੁੱਠ ਨਹੀਂ ਹੈ। ਤੁਸੀਂ ਦੇਖੋ ਕਿ ਵੱਖ-ਵੱਖ ਖਿੱਤਿਆਂ ਦੇ ਵਿੱਚ ਵੱਖ-ਵੱਖ ਉਹਨਾਂ ਵਿੱਚ ਵਰਗ ਭਾਰੂ ਨੇ, ਈਵਨ ਐਸਸੀ ਦੇ ਵਿੱਚ ਵੀ, ਜਿਹਨੂੰ ਆਪਾਂ ਕਹਿੰਦੇ ਆ ਕਿ ਇੱਕ ਰਵਿਦਾਸੀਏ ਨੇ, ਇੱਕ ਰਮਦਾਸੀਏ ਨੇ, ਇੱਕ ਆਪਣੇ ਮਜ਼ਹਬੀ ਸਿੱਖ ਹੈਗੇ ਨੇ ਜੀ। ਇਹਨਾਂ ਦੇ ਵਿੱਚ ਫਰਦਰ ਜਿਹੜੀਆਂ ਨਾ ਉਹ ਵੀ ਡਿਵੀਜ਼ਨ ਹੈ। ਰਾਏ ਸਿੱਖ ਨੇ ਜਿਹੜੀ ਆਪਾਂ ਕਹਿੰਦੇ ਉਹ ਵੀ ਹੁਣ ਕਿਉਂਕਿ ਕਬੀਰ ਪੰਥੀਏ ਨੇ, ਹਾਂਜੀ ਕਬੀਰ ਪੰਥੀ, ਪ੍ਰਜਾਪਤ ਨੇ, ਭਗਤ ਬਰਾਦਰੀ ਹੈ, ਉਹ ਕਈ ਨੇ ਉਹਦੇ ਵਿੱਚ ਜਿਹੜੇ ਨਾ ਐਸਸੀਜ਼ ਦੇ ਵਿੱਚ ਕਈ ਕਿਸਮ ਦੇ ਉਹਨਾਂ ਫਰਦਰ ਡਿਵੀਜ਼ਨਸ ਨੇ। ਔਰ ਸਿਆਸਤਦਾਨ ਉਹ ਉਹਨਾਂ ਨੂੰ, ਉਹਨਾਂ ਵਰਗਾਂ ਨੂੰ, ਜਿਸ ਆਪਾਂ ਨੂੰ ਪਤਾ ਹੀ ਹੈ ਕਿ ਈਵਨ ਇਹ ਜਿਹੜੀ ਹੈਗੀ ਹੈ ਐਸਸੀਜ਼ ਦੇ ਵਿੱਚ ਰਿਜ਼ਰਵੇਸ਼ਨ ਜਿਹੜੀ ਹੈ ਉਹ ਫਰਦਰ ਉਹਦੇ ਵਿੱਚ 50% ਹੈਗੀ ਹੈ ਕਿ ਰਵਿਦਾਸੀਆਂ ਦੇ ਵਿੱਚ ਤੇ ਗੈਰ ਰਵਿਦਾਸੀਆਂ ਦੇ ਵਿੱਚ ਜੀ। ਅੱਛਾ, ਇਹ ਜਿਹੜੀਆਂ ਸਮੱਸਿਆ ਹੈਗੀਆਂ ਜਿਹੜੀਆਂ, ਇਹ ਨਹੀਂ ਮੈਂ ਕਹਿੰਦਾ ਵੀ ਇਹਦੀਆਂ ਜਿਹੜੀਆਂ ਸਿਆਸੀ ਧਿਰਾਂ ਨੇ, ਇਹਨਾਂ ਜਿਹੜੀਆਂ ਵੰਡੀਆਂ ਨੇ ਜਾਂ ਹਿੱਤ ਨੇ, ਉਹ ਜਿਹੜੇ ਕਲੈਸ਼ ਕਰਦੇ ਨੇ, ਉਹਨਾਂ ਨੂੰ ਆਪੋ ਆਪਣੇ ਹੱਕ ਵਿੱਚ ਭੁਗਤਾਉਣ ਦੀ ਕੋਸ਼ਿਸ਼ ਕਰਨੀ। ਔਰ ਦੂਸਰੀ ਗੱਲ ਇਹ ਹੈ ਕਿ ਜਿਹੜੀਆਂ ਰਿਜ਼ਰਵਡ ਕੰਸਟੀਚੁਐਂਸੀਜ਼ ਹੈਗੀਆਂ ਨਾਲ ਜੀ, ਉਹਦੇ ਵਿੱਚ ਸਾਰੇ ਹੁੰਦੇ ਹੀ ਰਿਜ਼ਰਵ ਨੇ ਜੀ। ਅਕਾਲੀਆਂ ਦਾ ਰਿਜ਼ਰਵ ਵੀ ਹੋਣਾ, ਆਪ ਦਾ ਰਿਜ਼ਰਵ ਵੀ ਹੋਣਾ, ਕਾਂਗਰਸ ਦਾ ਰਿਜ਼ਰਵ ਵੀ ਹੋਣਾ, ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਬਣਾ ਉਹਨਾਂ ਦਾ ਵੀ ਰਿਜ਼ਰਵ ਹੋਏਗਾ। ਆਫਟਰ ਆਲ ਉਹਦਾ ਵੀ ਤਾਂ ਪ੍ਰਭਾਵ ਹੋਏਗਾ ਨਾ, ਕੋਈ ਰਿਸ਼ਤੇਦਾਰੀਆਂ ਹੋਣਗੀਆਂ, ਕੋਈ ਹੋਰ ਦੋਸਤ ਮਿੱਤਰ ਹੋਏਗਾ, ਉਹ ਵੀ ਤੇ ਐਸੇ ਹੀ ਵਰਗ ਦੇ ਹੀ ਹੋਣ ਜੀ। ਸੋ ਆਪਾਂ ਉਹ ਇੱਕ ਹੈਗਾ ਫੈਕਟਰ ਜਿਹੜਾ ਕਿ ਕਾਂਗਰਸ ਲਈ ਐਡਵਾਂਟੇਜੀਅਸ ਹੈਗਾ। ਪਰ ਸ਼੍ਰੋਮਣੀ ਅਕਾਲੀ ਦਲ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਵੇਖਦੇ ਹੋ ਜਦੋਂ ਉਹਦਾ ਬਸਪਾ ਦੇ ਨਾਲ ਗੱਠਜੋੜ ਹੁੰਦਾ? ਮੈਂ ਸਮਝਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਜਿਹੜੀ ਉਹੀ ਪੁਰਾਣੀ ਜਿਹੜੀ ਦੋ ਸੀਗਾ ਉਹਨਾਂ ਦਾ, ਦੋ ਵੱਡੇ, ਇੱਕ ਤਾਂ ਬੇਅਦਬੀ ਜੀ ਤੇ ਦੂਸਰਾ ਸੀ ਕਿ ਨਸ਼ਾ ਦੀ ਜਿਹੜੀ ਮੇਨ ਹੈਗੀ ਉਹਨਾਂ ਦੀ, ਉਹ ਮੈਨੂੰ ਲੱਗਦਾ ਹੈ ਕਿ ਉਹ ਉਹਨਾਂ ਭਾਰੂ ਨਹੀਂ ਹੁਣ ਫੈਕਟਰ ਰਹਿ ਗਿਆ। ਮੇਰੀ ਸਮਝ 'ਚ ਇਹ ਹੈ ਕਿ ਉਹ ਆਮ ਤੌਰ 'ਤੇ ਮੈਂ ਮੀਡੀਆ 'ਚ ਇਹੀ ਸੁਣਦਾ ਕਿ ਇਹਨਾਂ ਨੂੰ ਅਜੇ ਤੱਕ ਇਹਨਾਂ ਨੇ ਖਹਿੜਾ ਨਹੀਂ ਛੱਡਿਆ, ਔਰ ਖਹਿੜਾ ਨਹੀਂ ਛੱਡਿਆ 'ਚ ਕੋਈ ਸ਼ੱਕ ਜੀ। ਉਹ ਇਹ ਹੈ ਸਰਦਾਰ ਸਾਹਿਬ
ਕਿ ਜਿਹੜੇ ਵਰਗਾਂ ਨੇ ਅਕਾਲੀ ਦਲ ਨੂੰ ਵਿਰੋਧਤਾ ਕੀਤੀ ਸੀ ਇਹਨਾਂ ਦੋ ਮੁੱਦਿਆਂ ਦੇ ਉੱਪਰ ਜੀ, ਉਹ ਇਸ ਰਜੀਮ 'ਚ ਵੀ ਉਹਨਾਂ ਨੂੰ ਕੁਛ ਨਹੀਂ ਹੱਥ ਪੱਲੇ ਪਿਆ। ਯਾਨੀ ਕਿ ਜਾਂ ਤਾਂ ਕਹਿੰਦੇ ਨਾ ਵੀ ਇਹਨਾਂ ਨੇ ਕਾਂਗਰਸ ਨੇ ਕੁਝ ਕਰਕੇ ਦਿਖਾਇਆ ਹੁੰਦਾ ਜੀ, ਤਾਂ ਉਹ ਮਤਲਬ ਜਿਹਨੂੰ ਕਹੀਏ ਕਿ ਖੁੰਡਾ ਪੈ ਗਿਆ। ਹਥਿਆਰ ਤੇ ਹੈਗਾ, ਮਾਰ ਤੇ ਕਰੇਗਾ, ਪਰ ਉਨੀ ਸ਼ਿੱਦਤ ਨਾਲ ਉਨੀ ਤੇਜ਼ੀ ਨਾਲ ਨਹੀਂ ਮਾਰ ਕਰੇਗਾ ਜਿੰਨੀ ਤੇਜ਼ੀ ਨਾਲ ਇਹ 1917 ਵਿੱਚ ਹੋਇਆ ਸੀ। ਸੋ ਮੇਰੇ ਮੁਤਾਬਕ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ, ਆਪ ਤੇ ਕਾਂਗਰਸ, ਇਹ ਇਸ ਵੇਲੇ ਜੇ ਆਪਾਂ ਕਹੀਏ ਕਿ ਕਿਸੇ ਦੀ ਹਵਾ ਹੈ ਨਹੀਂ ਜੀ, ਕੋਈ ਨਹੀਂ ਗੀ ਇਸ ਵੇਲੇ ਜਿਹਨੂੰ ਖਲਾ ਜਿਹਾ ਚੱਲ ਰਿਹਾ ਹੋਇਆ ਲੋਕਾਂ ਨੂੰ, ਲੋਕ ਅਜੇ ਮਾਨਸਿਕਤਾ ਜਿਹੜੇ ਦੇਖੋ ਸਪੋਰਟਰ ਨੇ ਜਿਹੜੀ ਵੀ ਪਾਰਟੀ ਨਾਲ ਹੈਗੇ ਨੇ ਉਹ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਖੜੇ ਹੋਏ ਨੇ ਜੀ, ਪਰ ਜੇ ਆਮ ਜਿਹਨੇ ਵੋਟ ਪਾਉਣੀ ਹੈ, ਜਿਹਦੇ ਨਾਲ ਟਿਲਟ ਹੋਣਾ ਬੈਲੈਂਸ, ਉਹ 5-4% ਵੋਟਾਂ ਜਿਹਨੂੰ ਕਹਿੰਦੇ ਨੇ ਉਹਨਾਂ ਨਾਲ ਹੀ ਪੈਂਦਾ ਜੀ, ਬਾਕੀ ਤੇ ਜੁੜੇ ਹੁੰਦੇ ਨੇ ਲੋਕ। ਦੇਖੋ ਪਿਛਲੀ ਇਲੈਕਸ਼ਨ ਹੋਈ ਆ ਤੇ ਉਦੋਂ ਵੀ 28% ਜਿਹੜੀਆਂ ਵੋਟਾਂ ਅਕਾਲੀਆਂ ਦੀਆਂ ਸੀ ਜੀ, ਤੇ ਉਹ ਆਪਾਂ ਕਹੀਏ ਕਿ ਬਦਤਰ ਜਦੋਂ ਹਾਲਤ ਸੀ ਤਾਂ ਉਦੋਂ ਵੀ ਇਹਨਾਂ ਦੀਆਂ ਵੋਟਾਂ ਹੈਗੀਆਂ ਸੀ। ਤੇ ਉਹ ਸਮੱਸਿਆ ਇਹ ਹੈ ਕਿ ਜੇ ਉਹ ਬਦਤਰ ਨਹੀਂ ਹੁੰਦੀ ਤੇ ਇਹ ਵੀ 30% ਕ੍ਰਾਸ ਹੋ ਜਾਂਦੀ ਹੈ ਇਹਨਾਂ ਦੀ ਜੀ, ਤੇ ਫਿਰ ਉਹ ਡਿਪੈਂਡ ਕਰਦਾ ਹੈ ਕਿ ਉਹ ਜਿੰਨਾ ਚਿਰ ਹਵਾ ਨਹੀਂ ਬਣਦੀ ਉਹਨਾਂ ਚਿਰ ਆਪਾਂ ਕਹੀਏ ਕਿ ਅਜੇ ਖਲਾ ਹੈ, ਅਜੇ ਆਪਾਂ ਕੋਈ ਨਿਰਣਾਇਕ ਗੱਲ ਨਹੀਂ ਕਹਿ ਸਕਦੇ ਜੀ। ਔਰ ਦੂਸਰੀ ਗੱਲ ਸਰਦਾਰ ਸਾਹਿਬ ਜਿਹੜੀ ਇਹ ਹੈਗੀ ਹੈ ਕਿ ਕਿਸਾਨੀ ਮੋਰਚਾ ਜਿਹੜਾ ਨਾ ਸਭ ਤੋਂ ਕ੍ਰਿਟੀਕਲ ਫੈਕਟਰ ਇਸ ਵੇਲੇ ਉਹ ਹੈ ਜੀ, ਕਿ ਉਹਦਾ ਆਊਟਕਮ ਕੀ ਹੁੰਦਾ ਹੈ। ਜੇ ਤੇ ਕਿਸਾਨੀ ਮੋਰਚੇ ਜਿਸ ਤਰ੍ਹਾਂ ਦੀਆਂ ਕਿਆਸ ਰਾਈਆਂ ਚੱਲ ਰਹੀਆਂ ਨੇ ਕਿ ਉਹਨਾਂ ਦੇ ਪ੍ਰਮੁੱਖ ਲੀਡਰ ਆਮ ਆਦਮੀ ਪਾਰਟੀ ਨੂੰ ਸਪੋਰਟ ਦੇ ਸਕਦੇ ਨੇ ਜਾਂ ਉਹਨਾਂ ਵੱਲ ਜਾ ਸਕਦੇ ਨੇ ਤੇ ਸਭ ਤੋਂ ਵੱਡਾ ਨੁਕਸਾਨ ਉਹਨਾਂ ਦਾ ਅਕਾਲੀਆਂ ਨੂੰ ਹੋਏਗਾ। ਓਕੇ, ਤੇ ਇਹ ਹੁਣ ਇਹ ਮਤਲਬ ਆਪਾਂ ਕਹੀਏ ਕਿ ਭਵਿੱਖ ਦੀ ਗਰਭ ਚ ਪਿਆ ਆਪਾਂ ਭਵਿੱਖ ਦੇ ਵਿੱਚ ਇਹ ਵੀ ਇੱਕ ਖਬਰ ਨਿਕਲ ਕੇ ਆ ਰਹੀ ਹੈ ਕਿ ਅਕਾਲੀ ਦਲ, ਕੈਪਟਨ ਅਮਰਿੰਦਰ ਸਿੰਘ, ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਸਾਰੇ ਇਕੱਠੇ ਹੋ ਕੇ ਇੱਕ ਗਰੁੱਪ ਬਣਾ ਰਹੇ ਨੇ। ਨਹੀਂ, ਉਹ ਨਹੀਂ ਹੈ। ਇਹ ਸਾਰਾ ਇਹ ਦੇਖੋ ਜ਼ਾਹਰਾ ਤੌਰ ਤੇ ਕਰਨਗੇ ਤੇ ਇਹਨਾਂ ਦੇ ਲਾਹੇ ਕਿ ਭਾਰਤੀ ਜਨਤਾ ਪਾਰਟੀ ਸ਼ਾਇਦ ਮਤਲਬ ਦੁਬਾਰਾ ਗੱਠ ਜੋੜ ਨਹੀਂ, ਇਹ ਨਹੀਂ ਬਣਨਾ। ਇਹ ਮੈਂ ਤੁਹਾਨੂੰ ਦੱਸ ਸੱਚ ਇਹ ਹੈ, ਮੈਂ ਤਾਂ ਹੀ ਕਹਿ ਰਿਹਾ ਸੀਗਾ ਕਿ ਇਹ ਕਿਆਸ ਰਾਈਆਂ ਜਿਹੜੀਆਂ ਨੇ ਇਹ ਕਿਸੇ ਨੂੰ ਸੂਟ ਨਹੀਂ ਕਰਦੀਆਂ। ਓਕੇ, ਜ਼ਾਹਰਾ ਤੌਰ ਤੇ ਨਹੀਂ ਹੋਣਾ ਇਸ ਤਰ੍ਹਾਂ ਦਾ। ਇਹ ਹੋਏਗਾ ਪੋਸਟ ਪੋਲ ਤੇ ਇਲੈਕਸ਼ਨ ਦੇ ਵਿੱਚ, ਇਹਨੂੰ ਕਹਿੰਦਾ ਨਾ ਕਿ ਇਨਫਾਰਮਲ ਪੋਲਿਟਿਕਸ, ਉਹਦੇ ਵਿੱਚ ਹੁੰਦਾ ਹੈ ਕਿ ਜਿਹਨੂੰ ਕਹੀਏ ਪਰਦੇ ਦੇ ਪਿੱਛੇ। ਇਹ ਆਪਾਂ ਨੂੰ ਪਤਾ ਹੀ ਹੁੰਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਦੋਸਤ ਵੀ ਤਾਂ ਹੁੰਦਾ ਹੈ ਨਾ ਜੀ। ਵੀ ਜੇ ਮੈਨੂੰ ਲੱਗ ਜਾਏਗਾ ਪਤਾ ਵੀ ਇੱਥੇ ਜਿਹੜਾ ਹੈ ਕਾਂਗਰਸ ਵਾਲਾ ਕੈਂਡੀਡੇਟ ਹੈ ਤੇ ਉਹ ਮਜ਼ਬੂਤ ਹੈ, ਉਹਨੂੰ ਫਲਾਣਾ ਹਰਾ ਸਕਦਾ ਹੈ ਤੇ ਉਹਦੇ ਵੱਲ ਨੂੰ ਵੋਟਾਂ ਆਪਣੀਆਂ ਕੋਈ ਟਰਾਂਸਫਰ ਕਰ ਦਿਓ ਤਾਂ ਕਿ ਉਹਨੂੰ ਹਰਾਇਆ ਜਾ ਸਕੇ ਜੀ। 2017 ਚ ਇਦਾਂ ਹੀ ਹੋਇਆ ਨਾ। ਬਿਲਕੁਲ, ਲਾਸਟ ਮੂਮੈਂਟ ਤੇ ਅਕਾਲੀਆਂ ਦੀਆਂ ਵੀ ਤੇ ਕਾਂਗਰਸ ਦੀਆਂ ਵੋਟਾਂ ਤੇ ਬੀਜੇਪੀ ਦੀਆਂ ਵੋਟਾਂ ਉਹ ਟਿਲਟ ਕੀਤੀਆਂ ਕਾਂਗਰਸ ਵੱਲ ਨੂੰ ਜੀ, ਆਪ ਨੂੰ ਹਰਾਉਣ ਵਾਸਤੇ। ਸੋ ਇਹ ਹੁੰਦਾ ਹੈ ਕਿ ਮੌਕੇ ਤੇ ਸਿਆਸਤਦਾਨ ਬਹੁਤ ਸਿਆਣਾ ਹੈ। ਆਪਣੀ ਗੱਲਬਾਤ ਆਪਾਂ ਕਰ ਰਹੇ ਹਾਂ ਐਕੈਡੈਮਿਕ ਪੱਧਰ ਤੇ, ਉਹ ਕਰਦੇ ਨੇ ਗਰਾਊਂਡ ਤੇ। ਉਹਨਾਂ ਦੀਆਂ ਤਾਂ ਨੌਹਾਂ ਵਿੱਚ ਹੈ ਵੀ ਉਹਨਾਂ ਨੂੰ ਪਤਾ ਵੀ ਆਹ ਫਲਾਣੇ ਪਰਿਵਾਰ ਨੇ, ਫਲਾਣਾ ਵਰਗ ਹੈ, ਫਲਾਣੀਆਂ ਵੋਟਾਂ ਨੇ, ਇੰਨੀਆਂ ਕੁ ਵੋਟਾਂ ਯਾਰ ਇਹ ਇਸ ਵੇਲੇ ਇਹ ਜਿੱਤ ਰਿਹਾ ਹੋਇਆ ਹੈ ਜੀ, ਤੇ ਕਿੰਨੀਆਂ ਕੁ ਵੋਟਾਂ ਤੋੜੀਆਂ ਜਾਣ ਜਿਹਦੇ ਨਾਲ ਇਹ ਬੈਲੈਂਸ ਟਿਲਟ ਹੋ ਜਾਏ। ਸੋ ਉਹ ਬੈਲੈਂਸ ਟਿਲਟ ਕਰਨ ਦੀ ਕੋਸ਼ਿਸ਼ ਜਿਹੜੀ ਆ ਨਾ ਸਰਦਾਰ ਸਾਹਿਬ, ਇਹ ਪਰਦੇ ਦੇ ਪਿੱਛੇ ਹੁੰਦਾ ਜੀ, ਇਹ ਗਿਵ ਐਂਡ ਟੇਕ ਹੁੰਦਾ। ਫਾਰ ਐਗਜ਼ਾਮਪਲ ਇੱਕ ਕਾਂਸਟੀਚੁਐਂਸੀ ਦੇ ਵਿੱਚ ਉਹਨੂੰ ਲੱਗਦਾ ਕਿ ਅਕਾਲੀ ਦਲ ਦਾ ਕੈਂਡੀਡੇਟ ਫਲਾਣੇ ਨੂੰ ਹਰਾ ਸਕਦਾ ਤੇ ਉਧਰ ਨੂੰ ਉਹ ਵੋਟਾਂ ਉਧਰ ਹੋ ਜਾਂਦੀਆਂ, ਦੂਜੇ ਪਾਸੇ ਫਲਾਣਾ ਹਰਾ ਸਕਦਾ ਤੇ ਉਧਰ। ਇਹ ਸਭ ਕੁਝ ਚੱਲੇਗਾ ਜੋ ਤੁਸੀਂ ਕਹਿ ਰਹੇ ਹੋ ਜੀ, ਪਰ ਇਹ ਚੱਲੇਗਾ ਪਰਦੇ ਦੇ ਪਿੱਛੇ। ਜ਼ਾਹਰਾ ਤੌਰ ਤੇ ਜੇ ਇਸ ਕਿਸਮ ਦੀ ਗੱਠਜੋੜ ਹੋਏਗੀ ਤੇ ਉਹਨਾਂ ਦੀ ਲਾਹੇਵੰਦੀ ਨਹੀਂ ਹੋਣੀ ਜੀ। ਸੋ ਜਿਹੜੀ ਗੱਲ ਲਾਹੇਵੰਦੀ ਨਹੀਂ, ਉਹ ਖੇਡ ਕਿਉਂ ਖੇਡਣਗੇ? ਸੋ ਇਸ ਕਰਕੇ ਮੇਰੀ ਸਮਝ ਮੁਤਾਬਕ ਇਹਨਾਂ ਦਾ ਜ਼ਾਹਰਾ ਤੌਰ ਤੇ ਇਸ ਤਰ੍ਹਾਂ ਦਾ ਗੱਠਜੋੜ ਨਹੀਂ ਹੋਣਾ ਜੀ। ਇਹਨਾਂ ਦੇ ਹਿੱਤ ਵਿੱਚ ਇਹ ਹੈ ਕਿ ਇਸ ਤਰ੍ਹਾਂ ਹੀ ਲੜਨਾ। ਇਹ ਜਿਹੜੀਆਂ ਜਿਹਨੂੰ ਕਿ ਬਹੁਤ ਕੋਣੀ ਚੋਣ ਹੋਣ, ਮਲਟੀ ਕਾਰਨਰ ਇਲੈਕਸ਼ਨਸ ਹੋਣ, ਔਰ ਜਿੱਥੇ ਇਹਨਾਂ ਨੂੰ ਵੋਟਾਂ ਟਰਾਂਸਫਰ ਕਰਨ ਦੇ ਵਿੱਚ ਇੱਕ ਦੂਜੇ ਲਈ ਉਹ ਲਾਹੇਵੰਦਾ ਸਾਬਤ ਹੋ ਸਕਦਾ। ਸੋ ਮੇਰੀ ਸਮਝ ਇੰਨਾ ਆਇਆ ਸਰਦਾਰ ਸਾਹਿਬ ਕਿ ਇਸ ਤਰ੍ਹਾਂ ਦਾ ਨਹੀਂ ਹੋਇਆ। ਜਿਸ ਤਰ੍ਹਾਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹ ਥੋੜਾ ਮਾਰੀ ਸਿਆਸਤ ਹੈ, ਇਹਨੂੰ ਹਿੰਦੀ ਦਾ ਇੱਕ ਸ਼ੇਰ ਕਹਿੰਦਾ ਕਿ ਇਹ ਮੁਲਾਕਾਤ ਹੈ ਚੁਰਾਹੇ ਕੀ, ਦੇਖੀਏ ਕੌਣ ਕਿਧਰ ਜਾਤਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਛੇਤੀ ਪਤਾ ਲੱਗੇਗਾ।
ਅੱਜ ਦੀ ਚਰਚਾ ਇੰਨਾ ਹੀ। ਆਪਣੇ ਦੋਸਤ ਹਰਪ੍ਰੀਤ ਸਿੰਘ ਕਾਹਲੋਂ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।